ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਜਿਸਮੈ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਸ ਪ੍ਰਕਾਰ ਨਿਸ ਦਿਵਸ ਬਿਤਾਵੈ ਸਿੱਖਿਅਨ ਤੇ ਸਤਨਾਮ ਜਪਾਵੈ ਹੈ। ਇਸ ਪ੍ਰਕਾਰ ਨਿਸ ਦਿਵਸ ਬਿਤਾਵੈ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ਼ ਅੰਤਰਜਾਮੀ ਸੁੱਖਾਂ ਦੇ ਸਾਗਰ ਸਤਿਗੁਰੂ ਗਰੀਬ ਨਵਾਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਆਪਾਂ ਨੂੰ ਆਪਣੀ ਹਜ਼ੂਰੀ ਵਿੱਚ ਬੈਠਣ ਦਾ ਮੌਕਾ ਬਖਸ਼ਿਸ਼ ਕੀਤਾ ਹੈ। ਪਿਆਰ ਦੇ ਨਾਲ ਸਾਰੀ ਸੰਗਤ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਮਿਹਰ ਕੀਤੀ ਹੈ। ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੂਸਰੇ ਪਾਤਸ਼ਾਹ ਸਤਿਗੁਰੂ ਗਰੀਬ ਨਵਾਜ਼ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਮਹਾਨ ਪਵਿੱਤਰ ਕਥਾ ਆਪ ਜੀ ਸਿੱਖ ਸੰਗਤਾਂ ਬੜੇ ਹੀ ਪਿਆਰ ਨਾਲ ਸਰਵਣ ਕਰ ਰਹੇ ਹੋ। ਸੰਗਤ ਜੀ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਤਾਂ ਬਹੁਤ ਸੰਗਤ ਸਰਵਣ ਕਰਦੀ ਹੈ, ਪਰ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਜਿਹੜੀ ਕਥਾ ਹੈ ਨਾ, ਇਹਦੇ ਬਾਰੇ ਸੰਗਤਾਂ ਦਾ ਇੰਨਾ ਰੁਝਾਨ ਨਹੀਂ ਹੁੰਦਾ ਜਾਂ ਫਿਰ ਸਾਡੇ ਕੋਲ ਦੱਸੀ ਨਹੀਂ ਜਾਂਦੀ ਜੀ। ਮਹਾਰਾਜ ਜੀ ਦੀ ਕਥਾ ਵੀ ਬੜੀ ਵਿਚਿੱਤਰ ਵਾਲੀ, ਬੜੇ ਮਹਾਨ ਕਾਰਜ ਜਿਹੜੇ ਹੈ ਉਹ ਸੱਚੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਕੀਤੇ। ਖਡੂਰ ਸਾਹਿਬ ਦੀ ਧਰਤੀ 'ਤੇ ਜਿਵੇਂ ਜਿਵੇਂ ਮਹਾਰਾਜ ਨੇ ਗੁਰਤਾ ਗੱਦੀ ਦਾ ਕਾਰਜ ਸਾਂਭਿਆ ਉਹ ਹੁਣ ਤੱਕ ਆਪ ਜੀ ਨੇ ਸਰਵਣ ਕੀਤਾ ਜੀ। ਕਿਵੇਂ ਮਹਾਰਾਜ ਜੀ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਵੀ ਕਥਾ ਸੁਣਨੀ ਹੈ, ਫਿਰ ਭਾਈ ਬਾਲਾ ਜੀ ਆਏ, ਮਹਾਰਾਜ ਨੇ ਸਾਰੀ ਕਥਾ ਸੁਣੀ ਜੀ। ਅੰਮ੍ਰਿਤ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜਾਗ ਜਾਂਦੇ ਅਤੇ ਅੰਮ੍ਰਿਤ ਵੇਲੇ ਬੜੇ ਹੀ ਪਿਆਰ ਨਾਲ ਹੱਥ ਸੁੱਚੇ ਕਰਕੇ, ਚਰਨ ਸੁੱਚੇ ਕਰਕੇ ਮਹਾਰਾਜ ਦਾਤਣ ਕਰਦੇ, ਇਸ਼ਨਾਨ ਪਾਣ ਠੰਡੇ ਜਲ ਨਾਲ ਕਰਕੇ ਪਰਮੇਸ਼ਰ ਦੇ ਚਰਨਾਂ ਵਿੱਚ ਜੁੜ ਜਾਂਦੇ ਅਤੇ ਸਮਾਧੀ ਲੱਗ ਜਾਂਦੀ ਜੀ। ਫਿਰ ਮਹਾਰਾਜ ਸੂਰਜ ਚੜ੍ਹੇ ਤੱਕ ਸਮਾਧੀ ਵਿੱਚ ਰਹਿੰਦੇ। ਫਿਰ ਕੀਰਤਨ ਹੁੰਦਾ। ਕੀਰਤਨ ਤੋਂ ਬਾਅਦ ਆਪ ਜੀ ਨੇ ਸਰਵਣ ਕੀਤਾ। ਮਹਾਰਾਜ ਪ੍ਰਸ਼ਾਦਾ ਪਾਣੀ ਛਕਦੇ ਸੰਗਤ ਦੇ ਨਾਲ ਬੈਠ ਕੇ ਜੀ। ਮਾਤਾ ਖੀਵੀ ਜੀ ਗੁਰੂ ਘਰ ਦੀ ਬੜੀ ਸੇਵਾ ਕਰਦੇ ਜੀ। ਮਾਤਾ ਖੀਵੀ ਜੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਮਹਿਲਾਂ ਦਾ ਨਾਮ ਹੈ, ਘਰ ਵਾਲਿਆਂ ਦਾ ਨਾਮ ਹੈ ਜੀ। ਇੱਕ ਮਾਤਾ ਖੀਵੀ ਜੀ ਐਸੇ ਹਨ ਜਿਨ੍ਹਾਂ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਆਉਂਦਾ ਹੈ ਜੀ। ਬਲਵੰਡ ਖੀਵੀ ਨੇਕ ਦਨ ਜਿਸ ਬਹੁਤੀ ਛਾਓ ਪਤਰਾਲੀ। ਦਨ ਦਾ ਅਰਥ ਇਸਤਰੀ ਹੁੰਦਾ ਹੈ। ਦਨ ਪਿਸਰ ਪਦਰ ਬਿਰਾਦਰਾਂ। ਮਾਤਾ ਖੀਵੀ ਜੀ ਦੀ ਜਿਹੜੀ ਸਿਫਤ ਹੈ ਨਾ ਗੁਰੂ ਅੰਗਦ ਦੇਵ ਜੀ ਦੇ ਮਹਿਲ, ਉਹਨਾਂ ਦੀ ਸਿਫਤ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਕਿਉਂ? ਮਾਤਾ ਜੀ ਦਾ ਲੰਗਰ ਦਾ ਪਹਿਰਾ ਬੜਾ ਵਧੀਆ ਸੀਗਾ ਜੀ। ਹੱਥੀਂ ਮਾਤਾ ਜੀ ਸੇਵਾ ਕਰਦੇ ਅਤੇ ਲੰਗਰ ਵਰਤਾਉਂਦੇ ਹੁੰਦੇ ਸੀਗੇ ਜੀ। ਅਤੇ ਗੁਰਸਿੱਖਾਂ ਨੂੰ ਪਿਆਰ ਪਤਾ ਕਿੰਨਾ ਕਰਦੇ? ਖੀਰ ਦੇ ਵਿੱਚ ਦੇਸੀ ਘਿਓ ਪਾ ਕੇ ਅਤੇ ਛਕਾਉਣਾ ਜੀ। ਹਾਂਜੀ, ਖੀਰ ਦੇ ਵਿੱਚ ਜੀ। ਹੋ ਸਕਦਾ ਤੁਸੀਂ ਕਿਸੇ ਨੇ ਛਕਿਆ ਹੋਵੇ ਜੀ ਖੀਰ ਵਿੱਚ ਦੇਸੀ ਘਿਓ। ਮੈਂ ਛਕਿਆ ਜੀ। ਅਸੀਂ ਕਿਸੇ ਗੁਰਮੁਖਾਂ ਦੇ ਸਥਾਨ 'ਤੇ ਗਏ ਅਤੇ ਉਹਨਾਂ ਨੇ ਖੀਰ ਦੇ ਵਿੱਚ ਦੇਸੀ ਘਿਓ ਪਾ ਕੇ ਛਕਾਇਆ। ਉਦੋਂ ਸਿੱਖ ਕੰਮ ਕਾਰ ਕਰਦੇ ਸੀਗੇ, ਮਿਹਨਤਾਂ ਕਰਦੇ ਸੀ ਅਤੇ ਪਚ ਜਾਂਦਾ ਸੀਗਾ ਜੀ।
ਮਾਤਾ ਜੀ ਨੇ ਬੜਾ ਪਿਆਰ ਕਰਨਾ। ਜਿਵੇਂ ਇੱਕ ਮਾਂ ਆਪਣੇ ਬੱਚਿਆਂ ਨੂੰ ਪਾਲਦੀ ਹੈ ਨਾ ਤੇ ਪਿਆਰ ਨਾਲ ਵਸਤੂਆਂ ਛਕਾਉਂਦੀ ਹੈ, ਇਸੇ ਤਰ੍ਹਾਂ ਮਾਤਾ ਖੀਵੀ ਜੀ ਨੇ ਸੇਵਾ ਕਰਨੀ ਸੰਗਤਾਂ ਜੀ ਦੀ। ਲੰਗਰ ਦਾ ਬੜਾ ਵੱਡਾ ਪਹਿਰਾ ਖਡੂਰ ਸਾਹਿਬ ਦੀ ਧਰਤੀ ਤੇ ਚੱਲਿਆ। ਬੇਅੰਤ ਸਿੱਖ ਸੰਗਤਾਂ ਆਉਂਦੀਆਂ ਤੇ ਮਹਾਰਾਜ ਬੱਚਿਆਂ ਨੂੰ ਵੀ ਪੜ੍ਹਾਉਂਦੇ ਸੱਚੇ ਪਾਤਸ਼ਾਹ। ਖੇਲਣ ਦੇ ਬਹਾਨੇ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਣੀ ਗੁਰੂ ਸਾਹਿਬ ਨੇ। ਫਿਰ ਪਹਿਲਵਾਨਾਂ ਦਾ ਘੋਲ ਕਰਵਾਉਣਾ ਮਹਾਰਾਜ ਸੱਚੇ ਪਾਤਸ਼ਾਹ ਨੇ। ਸਾਰੇ ਕਾਰਜ ਗੁਰੂ ਸਾਹਿਬ ਨੇ ਕਰਵਾਉਣੇ। ਹਰ ਕਾਰਜ ਦੀ ਲੋੜ ਹੈਗੀ ਜੀ। ਜੇ ਦੇਸੀ ਘਿਓ ਵਾਲੀ ਖੀਰ ਖਾਣੀ ਤੇ ਘੋਲ ਵੀ ਕਰਨਾ ਪੈਣਾ ਜੀ, ਨਹੀਂ ਤਾਂ ਖਰਾਬ ਕਰੇਗੀ। ਪਹਿਲਵਾਨਾਂ ਦਾ ਘੋਲ ਕਰਾਉਣਾ ਸੱਚੇ ਪਾਤਸ਼ਾਹ ਜੀ ਨੇ। ਤੇ ਆਪ ਕਹਿ ਕੇ ਵੀ ਹੋਰ ਦਾ ਕਰੋ, ਹੋਰ ਦਾ ਕਰੋ। ਇਸ ਤਰੀਕੇ ਨਾਲ ਮਹਾਰਾਜ ਨੇ ਘੋਲ ਕਰਵਾਉਣਾ। ਸ਼ਾਮਾਂ ਪੈ ਜਾਣੀਆਂ ਜੀ। ਫਿਰ ਮਹਾਰਾਜ ਨੇ ਸੰਗਤ ਵਿੱਚ ਆਣ ਬਿਰਾਜਣਾ। ਸ਼ਾਮਾਂ ਦਾ ਕੀਰਤਨ ਹੋਣਾ, ਪ੍ਰੇਮੀਆਂ ਨੇ ਕੀਰਤਨ ਸੁਣਨਾ। ਤੇ ਕੀਰਤਨ ਤੋਂ ਬਾਅਦ ਫਿਰ ਮਹਾਰਾਜ ਗਰੀਬ ਨਵਾਜ ਜੀ ਪ੍ਰਸ਼ਾਦਾ ਪਾਣੀ ਜੋ ਸੀ ਵਰਤਦਾ, ਸ਼ਾਮਾਂ ਦਾ ਸੋਧਰ ਦੇ ਜਾਪ ਹੁੰਦੇ। ਫਿਰ ਮਹਾਰਾਜ ਰਾਤ ਨੂੰ ਇਕਾਂਤ 'ਚ ਬੈਠ ਜਾਂਦੇ ਜੀ। ਇੱਥੋਂ ਤੱਕ ਕਥਾ ਆਪਾਂ ਸਰਵਣ ਕੀਤੀ ਸੀਗੀ। ਹੁਣ ਇਹਦੇ ਤੋਂ ਅੱਗੇ ਆਪਾਂ ਮਹਾਰਾਜ ਦਾ ਇਤਿਹਾਸ ਸਰਵਣ ਕਰਨਾ ਹੈ। ਸੁਰਤੀਆਂ ਜੋੜੋ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਨਾਲ। ਪਿਆਰ ਨਾਲ ਗੱਜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਸ ਪ੍ਰਕਾਰ ਨਿਸ ਦਿਵਸ ਬਿਤਾਵਹਿ। ਇਸ ਤਰੀਕੇ ਨਾਲ ਮਹਾਰਾਜ ਨੇ ਰਾਤ ਤੇ ਦਿਨ ਬਤੀਤ ਕਰਨਾ ਜੀ। ਇਹ ਬੜਾ ਜ਼ਰੂਰੀ ਹੈ। ਧਾਰਮਿਕ ਬੰਦਾ ਹੋਵੇ ਤਾਂ ਉਹਦਾ ਕੋਈ ਟਾਈਮ ਟੇਬਲ ਨਾ ਹੋਵੇ, ਉਹ ਤਰੱਕੀ ਨਹੀਂ ਕਰ ਸਕਦਾ ਜੀ। ਨਿਤ ਦੀ ਕਿਰਿਆ ਸਮਾਂ ਬੱਝਾ ਹੋਵੇ ਜੀ। ਹਾਂਜੀ, ਤੇ ਤੁਸੀਂ ਵੇਖਿਓ ਫਿਰ ਛੇਤੀ ਤਰੱਕੀ ਹੁੰਦੀ ਹੈ, ਛੇਤੀ ਤਰੱਕੀ ਹੁੰਦੀ ਹੈ। ਬੜੇ ਫੌਜ ਵਿੱਚ ਮਹਾਂਪੁਰਖ ਹੋਏ ਰੱਬ ਦੇ ਪਿਆਰੇ। ਕਿਉਂ? ਕਿਉਂਕਿ ਉਹ ਨਿਯਮਬੱਧ ਸਨ ਜੀ। ਇਸ ਕਰਕੇ ਉਹਨਾਂ ਦੀ ਤਰੱਕੀ ਅਧਿਆਤਮ ਵਿੱਚ ਛੇਤੀ ਹੋ ਗਈ ਜੀ। ਇਸ ਤਰੀਕੇ ਨਾਲ ਗਰੀਬ ਨਵਾਜ ਸੱਚੇ ਪਾਤਸ਼ਾਹ ਦਿਨ ਰਾਤ ਬਤੀਤ ਕਰਦੇ ਮਹਾਰਾਜ। ਹਾਂਜੀ, ਸਿੱਖਨ ਤੇ ਸਤਨਾਮ ਜਪਾਵਹਿ। ਸਿੱਖਾਂ ਨੂੰ ਵਾਹਿਗੁਰੂ ਜੀ ਦਾ ਨਾਮ ਜਪਾਉਂਦੇ। ਭਾਈ ਸੰਤੋਖ ਸਿੰਘ ਜੀ ਨੇ ਬੜਾ ਭਲਾ ਕੀਤਾ, ਜਿਹੜਾ ਸਾਨੂੰ ਗੁਰੂ ਸਾਹਿਬ ਦੀ ਰੂਟੀਨ ਦੱਸੀ ਜੀ। ਤੇ ਗੁਰੂ ਸਾਹਿਬ ਮਿਹਰ ਕਰਨ ਅਸੀਂ ਵੀ ਸੁਣ ਕੇ ਆਪਣੀ ਆਪਣੀ ਰੂਟੀਨ ਸਹੀ ਕਰੀਏ ਜੀ। ਸਾਡੀ ਰੂਟੀਨ ਵੀ ਸਹੀ ਹੋਵੇ ਜੀ। ਹਾਂਜੀ, ਆਪਨ ਢਿੱਗ ਮਾਇਆ ਵਿਵਹਾਰ। ਮਹਾਰਾਜ ਗਰੀਬ ਨਵਾਜ ਆਪਣੇ ਕੋਲ ਜਿੰਨੇ ਵੀ ਮਾਇਆ ਦੇ ਵਿਵਹਾਰ ਸਨ, ਮਾਇਆ ਆਉਣੀ ਜਾਣੀ। ਹਾਂਜੀ, ਜ਼ਿਕਰ ਨਾ ਹੋਣ ਦੇਹ ਕਿਸ ਵਾਰ। ਜ਼ਿਕਰ ਨਾ ਹੋਣ ਦੇਹ ਕਿਸ ਵਾਰ। ਮਹਾਰਾਜ ਜ਼ਿਕਰ ਹੀ ਨਹੀਂ ਕਰਨ ਦਿੰਦੇ ਜੀ। ਕਿੰਨੀ ਮਾਇਆ ਆ ਗਈ ਜੀ, ਕਿਵੇਂ ਭਾਣਾ ਵਰਤਿਆ ਜੀ, ਕੀ ਹੋਇਆ ਜੀ। ਮਹਾਰਾਜ ਜ਼ਿਕਰ ਨਹੀਂ ਕਰਨ ਦਿੰਦੇ ਹੁੰਦੇ ਜੀ। ਤੇ ਬੜੇ ਬੜੇ ਸਿੱਖ ਪੰਥ 'ਚ ਗੁਰਮੁਖ ਐਸੇ ਹੋਏ ਆ ਪਿਆਰਿਓ, ਹਜ਼ਾਰਾਂ ਲੱਖਾਂ ਦੀ ਮਾਇਆ ਆਉਣੀ ਤਾਂ ਉਹਨਾਂ ਨੇ ਜ਼ਿਕਰ ਨਾ ਕਰਨ ਦੇਣਾ ਤੇ ਸੇਵਾ 'ਚ ਹੀ ਰਹਿਣ ਦੇਣੀ ਜੀ। ਗੁਰੂ ਅੰਗਦ ਦੇਵ ਸਾਹਿਬ ਤੇ ਬੜੇ ਵੱਡੇ ਹੈ। ਮੈਂ ਇੱਕ ਸਿੱਖ ਦਾ ਜ਼ਿਕਰ ਕਰ ਦੇ ਕੇ ਅੱਗੋਂ ਆਪਾਂ ਚੱਲਾਂਗੇ। ਕਾਰ ਸੇਵਾ ਵਾਲੇ ਮਹਾਤਮਾ ਹੋਏ ਹੈ, ਜਿਨ੍ਹਾਂ ਦਾ ਨਾਮ ਹੈ ਬਾਬਾ ਸੇਵਾ ਸਿੰਘ ਜੀ, ਕਿਲ੍ਹਾ ਸ੍ਰੀ ਆਨੰਦਗੜ੍ਹ ਵਾਲੇ ਜੀ। ਕਾਰ ਸੇਵਾ ਕਰਾਉਣੀ ਉਹਨਾਂ ਨੇ, ਤੇ ਜਦੋਂ ਕਾਰ ਸੇਵਾ ਕਰਾਉਣੀ ਮਾਇਆ ਵੀ ਬੜੀ ਆਉਣੀ। ਧਿਆਨ ਕੋਈ ਨਹੀਂ, ਸੇਵਾ 'ਚ ਹੀ ਧਿਆਨ ਜੀ। ਤੇ ਜਦੋਂ ਅੰਤਮ ਸਵਾਸ ਲੈ ਰਹੇ ਸਨ ਨਾ, ਤੇ ਬਾਬਾ ਲਾਭ ਸਿੰਘ ਜੀ ਨੂੰ, ਜਿਨ੍ਹਾਂ ਨੂੰ ਅੱਗੋਂ ਮੁਖੀ ਬਣਾਇਆ ਸੀ, ਉਹਨਾਂ ਨੂੰ ਆਖਿਆ, ਭਾਈ ਆ ਵੇਖ ਮੇਰੀਆਂ ਜਿੰਨੀਆਂ ਵੀ ਕੁੜਤੀਆਂ ਨੇ, ਇਹਨਾਂ 'ਚ ਕੋਈ ਮਾਇਆ ਤੇ ਨਹੀਂ ਹੈਗੀ। ਕਾਰ ਸੇਵਾ ਵਾਲੇ ਕੁੜਤੀਆਂ ਪਾਉਂਦੇ। ਤੇ ਬਾਬਾ ਲਾਭ ਸਿੰਘ ਹੋਣਾ ਨੇ ਕੁੜਤੀਆਂ ਵੇਖੀਆਂ ਤੇ ਕਿਤੋਂ 1-2 ਰੁਪਈਆ ਵਿੱਚੋਂ ਨਿਕਲਿਆ। ਕਹਿੰਦੇ ਮਹਾਰਾਜ ਇੰਨੀ ਕੁ ਮਾਇਆ ਨਿਕਲੀ ਹੈ। ਤੇ ਫਿਰ ਜਿੰਨੇ ਕੋਲ ਸਨ ਉਹ ਵੀ ਕੱਢ ਕੇ ਦੇ ਦਿੱਤੇ। ਕਹਿਣ ਲੱਗੇ, ਲਾਭ ਸਿਆਂ ਜਿੰਦਿਆਂ ਜੀ ਮੈਂ ਇਸ ਮਾਇਆ ਨੂੰ ਆਪਣੇ ਘਰ 'ਚ ਨਹੀਂ ਵਾੜਿਆ।
ਤੇ ਲਾਭ ਸਿਆ ਜਿਵੇਂ ਮੈਂ ਕੁੜਤੀਆਂ ਖਾਲੀ ਕਰਕੇ ਚੱਲਣਾ, ਅਗਲਾ ਮੁਖੀ ਤੂੰ ਬਣਨਾ। ਤੂੰ ਵੀ ਇਸ ਪਾਸੇ ਧਿਆਨ ਨਹੀਂ ਦੇਣਾ, ਸਾਰੀ ਮਾਇਆ ਸੇਵਾ ਚਲਾਉਣੀ, ਕੁੜਤੀ ਖਾਲੀ ਰੱਖਣੀ ਹੈ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਕਿੰਨਾ ਉੱਚਾ ਜੀਵਨ ਜੀ ਗੁਰਮੁਖਾਂ ਦਾ। ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਾਇਆ ਦੀ ਗੱਲਬਾਤ ਹੀ ਨਹੀਂ ਹੋਣ ਦਿੰਦੇ ਜੀ ਕੋਈ। ਹਾਂਜੀ। ਹਰਖ ਸੋਗ ਜੇਤਕ ਬਿਦ ਨਾਨਾ। ਖੁਸ਼ੀ ਗਮੀ ਹੋਰ ਇਹੋ ਜਿਹੇ ਜਿਹੜੇ ਸਮੇਂ ਹੁੰਦੇ ਆ। ਹਾਂਜੀ। ਇਨਕੋ ਸਿੱਖ ਨਾ ਕਰੈ ਬਖਾਨਾ। ਇਹਨਾਂ ਬਾਰੇ ਵੀ ਕੋਈ ਗੱਲ ਨਾ ਕਰਦਾ ਜੀ। ਨਹੀਂ ਤੇ ਆ ਕੇ ਕਹਿਣਾ ਮਹਾਰਾਜ ਅੱਜ ਫਲਾਣੇ ਘਰ ਵਿਆਹ ਹੋਇਆ, ਮਹਾਰਾਜ ਅੱਜ ਫਲਾਣੇ ਦਾ ਭੋਗ ਸੀ। ਨਹੀਂ, ਇਹੋ ਜੀ ਗੱਲ ਵੀ ਨਹੀਂ ਕਰਨੀ ਜੀ। ਮਹਾਰਾਜ ਗੱਲ ਨਹੀਂ ਸੀ ਕਰਨ ਦਿੰਦੇ ਹੁੰਦੇ ਜੀ। ਹਾਂਜੀ। ਇੱਕ ਰਸ ਬਿਰਤ ਸਮਾਨ ਜਨ ਕੇਰੀ। ਬਸ ਇੱਕ ਰਸ ਬਿਰਤੀ ਸਮਾਨ ਰਹਿੰਦੀ ਜੀ ਭਜਨ ਵਿੱਚ, ਵਾਹਿਗੁਰੂ ਜੀ ਦੇ ਨਾਮ ਵਿੱਚ। ਹਾਂਜੀ। ਰਾਗ ਨਾ ਦਵੈਸ਼ ਮਿਰਤ ਨਾ ਬੈਰੀ। ਨਾ ਕਿਸੇ ਨਾਲ ਈਰਖਾ ਤੇ ਨਾ ਹੀ ਮਿੱਤਰਤਾ ਜੀ ਮਹਾਰਾਜ ਦੀ, ਤੇ ਨਾ ਵੈਰ ਆ ਨਾ ਵਿਰੋਧ ਹੈ। ਸਦਾ ਇੱਕ ਰਸ ਰਹਿੰਦੇ ਵਾਹਿਗੁਰੂ ਦੇ ਵਿੱਚ ਲੀਨ। ਹਾਂਜੀ। ਸਦਾ ਆਨੰਦ ਪ੍ਰੇਮ ਰਸ ਪਾਗੇ। ਸ਼੍ਰੀ ਨਾਨਕ ਜਸ ਸੋ ਨਿਤ ਲਾਗੇ। ਬਸ ਜੇ ਕੁਝ ਕਰਦੇ ਤੇ ਗੁਰੂ ਨਾਨਕ ਸਾਹਿਬ ਦੀ ਕਥਾ ਸੁਣਦੇ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਕਥਾ ਸੁਣਿਆ ਮਨ ਨੂੰ ਬੜਾ ਬਲ ਮਿਲਦਾ ਜੀ। ਜੇ ਕੁਝ ਕਰਦੇ ਤੇ ਸਤਿਗੁਰੂ ਦੀ ਕਥਾ ਸੁਣਦੇ ਆ, ਹੋਰ ਕਿਸੇ ਦੀ ਗੱਲ ਨਹੀਂ ਸੁਣਦੇ ਜੀ। ਅਸਲ ਵਿੱਚ ਜਿਹੜੀਆਂ ਸੇਵਕਾਂ ਦੀਆਂ ਮਨੋ ਇੱਛਾ ਹੁੰਦੀਆਂ ਸਨ ਨਾ ਜੀ, ਉਹ ਦਰਸ਼ਨ ਕਰਕੇ ਹੀ ਪੂਰੀਆਂ ਹੋ ਜਾਂਦੀਆਂ ਸਨ। ਗੋਰਖ ਆਦ ਸਿਤ ਬੜ ਰੂਰੇ। ਇੱਕ ਦਿਨ ਕਰਤ ਵਿਚਾਰ ਸਭ ਰੂਰੇ। ਗੋਰਖਨਾਥ ਤੇ ਮੰਗਲਨਾਥ ਹੋਰ ਜਿਹੜੇ ਵੱਡੇ ਵੱਡੇ ਸਿੱਧ ਸਨ ਨਾ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ ਤੇ ਚਰਚਾ ਕੀਤੀ ਜੀ। ਗੋਰਖ ਆਥ ਸਿੱਧ ਸਭ ਪੂਰੇ, ਇੱਕ ਦਿਨ ਕਰ ਵਿਚਾਰ ਸਭ ਰੂਰੇ। ਇੱਕ ਦਿਨ ਉਹ ਸਾਰੇ ਸਿੱਧ ਇਕੱਠੇ ਹੋਏ, ਉਹਨਾਂ ਸਿੱਧਾਂ ਨੇ ਮਿਲ ਕੇ ਆਪਸ ਵਿੱਚ ਵਿਚਾਰ ਕੀਤੀ। ਸ਼੍ਰੀ ਨਾਨਕ ਗਾਦੀ ਪਰ ਜਾਨ। ਭਾਈ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਉੱਤੇ ਬੈਠੇ ਆ, ਹਾਂਜੀ, ਕੈਸੋ ਅਹੈ ਬਿਲੋ ਕਹਿ ਤੌਨ। ਭਾਈ ਉਹਨਾਂ ਨੂੰ ਜਾ ਕੇ ਤੇ ਵੇਖੀਏ ਉਹ ਕਿਹੋ ਜਿਹੇ ਨੇ, ਕਿੰਨੀ ਕੁ ਵੱਡੀ ਕਮਾਈ ਦੇ ਮਾਲਕ ਨੇ। ਕਿਉਂ? ਸਿੱਧਾਂ ਨੂੰ ਪਤਾ ਸੀ ਗੁਰੂ ਨਾਨਕ ਸਾਹਿਬ ਕਿਸੇ ਅੱਗੇ ਨਹੀਂ ਝੁਕੇ, ਤੇ ਜਿਹਦੇ ਅੱਗੇ ਗੁਰੂ ਨਾਨਕ ਸਾਹਿਬ ਨੇ ਮੱਥਾ ਟੇਕਿਆ ਉਹ ਕੈਸਾ ਪੁਰਸ਼ ਹੈ। ਹਾਂਜੀ। ਆਪ ਸੋਹਤੇ ਮਹਿਦ ਮਹਿਆਨ। ਮਹਾਰਾਜ ਆਪ ਤੇ ਬਹੁਤ ਵੱਡੇ ਸਨ, ਸੱਚੇ ਪਾਤਸ਼ਾਹ ਬੜੀ ਵੱਡੀ ਕਮਾਈ ਦੇ ਮਾਲਕ ਸਨ। ਹਾਂਜੀ। ਕਰ ਦਿਗ ਵਿਜੈ ਪੁਜੈ ਸਭ ਥਾਨ। ਤੇ ਦਿਗ ਵਿਜੈ ਕੀਤੀ ਗੁਰੂ ਨਾਨਕ ਸਾਹਿਬ ਨੇ ਵਿਚਾਰ ਚਰਚਾ ਵਿੱਚ, ਸਾਰੇ ਸੰਸਾਰ ਨੂੰ ਜਿੱਤਿਆ ਸਤਿਗੁਰੂ ਜੀ ਨੇ। ਪੀਰ ਨਾ ਮੀਰ ਅਰਿਓ ਨਹਿ ਆਗੈ। ਇਹ ਜਿਹੜੇ ਸਿੱਧ ਹੈ ਨਾ, ਸਿੱਧ ਆਪਸ ਵਿੱਚ ਵਿਚਾਰ ਕਰਦੇ ਵੀ ਨਾ ਤੇ ਕੋਈ ਅਮੀਰ ਰਾਜਾ ਹੀ ਗੁਰੂ ਸਾਹਿਬ ਅੱਗੇ ਅੜ ਸਕਿਆ ਤੇ ਨਾ ਕੋਈ ਪੀਰ ਹੀ ਅੜ ਸਕਿਆ ਜੀ। ਤੇ ਸਿੱਧ ਬੜੇ ਗੱਲਾਂ ਬਾਤਾਂ ਵਿੱਚ ਚਲਾਕ ਸਨ, ਪਰ ਇਹਨਾਂ ਨੂੰ ਵੀ ਕਹਿਣਾ ਪੈ ਗਿਆ ਸੀ ਧੰਨ ਨਾਨਕ ਤੇਰੀ ਵੱਡੀ ਕਮਾਈ। ਸਿੱਧ ਆਪਸ ਵਿੱਚ ਇਕੱਠੇ ਹੋ ਕੇ ਗੱਲਬਾਤ ਕਰਦੇ ਵੀ ਕੋਈ ਰਾਜੇ, ਵੱਡੇ ਵੱਡੇ ਪੀਰ, ਅਮੀਰ, ਉਹ ਵੀ ਮਹਾਰਾਜ ਅੱਗੇ ਅੜ ਨਹੀਂ ਸਕੇ। ਹਾਂਜੀ। ਹਾਰ ਸਰਬ ਚਰਨੀ ਤਿਨ ਲਾਗੇ। ਹਾਰ ਕੇ ਸਾਰੇ ਸਤਿਗੁਰਾਂ ਦੇ ਚਰਨੀ ਲੱਗੇ ਆ ਕੇ। ਇੰਨੀ ਵੱਡੀ ਤਾਕਤ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ। ਹਾਂਜੀ। ਇਮ ਵਿਚਾਰ ਸਭ ਹੀ ਚਲ ਆਏ। ਤੇ ਹੁਣ ਉਹਨਾਂ ਦੀ ਗੱਦੀ ਤੇ ਜਿਹੜੇ ਬੈਠੇ ਉਹਨਾਂ ਦੇ ਦਰਸ਼ਨ ਤੇ ਕਰੀਏ। ਇਹ ਵਿਚਾਰ ਕਰਕੇ ਸਾਰੇ ਸਿੱਧ ਚੱਲ ਕੇ ਫਿਰ ਖਡੂਰ ਸਾਹਿਬ ਆਏ ਜੀ। ਹਾਂਜੀ। ਸਤਿਗੁਰ ਕੋ ਨਿਜ ਦਰਸ ਦਿਖਾਏ। ਤੇ ਆਏ ਤੇ ਗੁਰੂ ਸਾਹਿਬ ਮਹਾਰਾਜ ਦੇ ਦਰਸ਼ਨ ਕੀਤੇ ਤੇ ਮਹਾਰਾਜ ਦੇ ਸਾਹਮਣੇ ਟਿਕ ਗਏ ਜੀ, ਸੱਜ ਗਏ ਸਾਰੇ ਸਿੱਧ। ਬੜੀਆਂ ਬੜੀਆਂ ਵੱਡੀਆਂ ਉਮਰਾਂ ਜੀ ਇਹਨਾਂ ਦੀਆਂ। ਹਾਂਜੀ। ਗੋਰਖ ਭਰਥਰ ਚਰਪਟ ਸਾਥ। ਮਹਾਰਾਜ ਗੁਰੂ ਅੰਗਦ ਸਾਹਿਬ ਜੀ ਦੇ ਕੋਲ ਕੌਣ ਕੌਣ ਆਇਆ ਜੀ? ਗੋਰਖਨਾਥ ਸਿੱਧ ਆਇਆ, ਚਰਪਟਨਾਥ, ਭਰਥਰ ਜੋਗੀ। ਹਾਂਜੀ। ਗੋਪੀ ਚੰਦ ਸੋ ਈਸ਼ਰਨਾਥ। ਗੋਪੀ ਚੰਦ, ਈਸ਼ਰਨਾਥ, ਇਹ ਸਾਰੇ ਜਿਹੜੇ ਸਿੱਧ ਸਨ, ਬੜੀਆਂ ਵੱਡੀਆਂ ਉਮਰਾਂ ਦੇ ਜੀ, ਬੜੀਆਂ ਸਿੱਧੀਆਂ ਪ੍ਰਾਪਤ ਜੀ ਇਹਨਾਂ ਨੂੰ।
ਇਹ ਮਹਾਰਾਜ ਦੇ ਕੋਲ ਆਏ ਆਏ ਸਤਿਗੁਰ ਲੈਨ ਪਰ ਤੱਗਿਆ। ਤੇ ਕੀ ਲੈਣ ਆਏ ਜੀ? ਪ੍ਰੀਖਿਆ ਲੈਣ ਵਾਸਤੇ ਆਏ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਅੱਜ ਸਾਡਾ ਕੰਮ ਵੀ ਸਿੱਧਾਂ ਵਾਲਾ ਜੇ ਆਪਾਂ ਗੁਰੂ ਦੀ ਪ੍ਰੀਖਿਆ ਲੈਣ ਤੁਰ ਪੈਨੇ ਪਿਆਰਿਓ, ਗੁਰੂ ਤੇ ਸਫਲ ਹੀ ਹੈ, ਪਰ ਜਿਸ ਦਿਨ ਸਤਿਗੁਰੂ ਨੇ ਸਾਡੀ ਲੈ ਲਈ ਸਾਡੇ ਕੋਲੋਂ ਸਫਲ ਨਹੀਂ ਹੋਇਆ ਜਾਣਾ ਜੀ। ਗੁਰੂ ਸਾਹਿਬ ਦੀ ਪ੍ਰੀਖਿਆ ਲੈਣ ਵਾਸਤੇ ਇਹ ਸਾਰੇ ਸਿੱਧ ਚੱਲ ਕੇ ਆਏ ਜੀ। ਹਾਂਜੀ, ਪਾਏ ਪ੍ਰਤੀਤ ਭਰਮ ਉਰ ਭੱਗਿਆ। ਤੇ ਪਾਏ ਪ੍ਰਤੀਤ ਭਰਮ ਉਰ ਭੱਗਿਆ। ਸਾਧ ਸੰਗਤ ਪ੍ਰਤੀਤ ਪਾ ਕੇ ਹਿਰਦੇ ਦੇ ਤਾਂ ਕਿ ਸਾਰੇ ਭਰਮ ਸਾਡੇ ਦੂਰ ਹੋਣ। ਕੌਣ ਹੈ? ਜਿਹਦੇ ਅੱਗੇ ਗੁਰੂ ਨਾਨਕ ਸਾਹਿਬ ਝੁਕੇ। ਹਾਂਜੀ, ਸ਼੍ਰੀ ਅੰਗਦ ਸਿੰਘਾਸਨ ਬੈਸੇ। ਸਿੱਧ ਆਏ, ਆ ਕੇ ਬੈਠ ਗਏ। ਅਲੱਖ ਅਲੱਖ ਕਰਦੇ ਆਏ ਜੀ। ਤੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਸਾਹਿਬ ਜੀ ਆਪਣੇ ਆਸਣ ਤੇ ਬੈਠੇ ਹੋਏ ਸਨ ਉਸ ਸਮੇਂ ਜੀ। ਹਾਂਜੀ, ਆਏ ਕਹੀ ਆਦੇਸ਼ ਆਦੇਸ਼ੇ। ਆਏ ਆਦੇਸ਼ ਆਦੇਸ਼ ਇੰਝ ਕਹਿੰਦੇ ਸਨ ਤੇ ਆ ਕੇ ਮਹਾਰਾਜ ਦੇ ਕੋਲ ਬੈਠ ਗਏ ਜੀ। ਹਾਂਜੀ, ਤਿਨਕੇ ਮਨ ਕੀ ਸਭ ਗੁਰ ਜਾਨੀ। ਤੇ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਫਿਰ ਆਖੋ ਵਾਹਿਗੁਰੂ ਵਾਹਿਗੁਰੂ। ਬੰਦਾ ਗੁਰੂ ਦੀ ਹਜ਼ੂਰੀ ਵਿੱਚ ਜੋ ਕਰੇ, ਜਿੱਧਰ ਜਿੱਧਰ ਵੇਖਦਾ ਮਤ ਸਮਝੋ ਵੀ ਗੁਰੂ ਨੂੰ ਪਤਾ ਨਹੀਂ ਲੱਗਦਾ। ਇੱਥੇ ਸਭ ਪਤਾ ਲੱਗਦਾ ਤੇ ਰਗੜਾ ਵੀ ਪੂਰਾ ਲੱਗਦਾ ਜੇ। ਇਹ ਵੀ ਮੈਂ ਬੇਨਤੀ ਕਰਦੇ ਹਾਂ, ਸਿੱਧੇ ਹੋ ਕੇ ਤੇ ਸਾਵਧਾਨ ਹੋ ਕੇ ਰਿਹਾ ਕਰੋ। ਸਿੱਧ ਬੈਠੇ ਮਹਾਰਾਜ ਦੇ ਕੋਲ, ਗੁਰੂ ਅੰਗਦ ਸਾਹਿਬ ਨੂੰ ਸਾਰਾ ਪਤਾ ਲੱਗ ਗਿਆ ਵੀ ਇਹ ਕੀ ਕਰਨ ਆਏ ਆ ਇੱਥੇ, ਇਹਨਾਂ ਦੇ ਮਨ ਵਿੱਚ ਕੀ ਚੱਲ ਰਿਹਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਾਰਾ ਉਸੇ ਵੇਲੇ ਹੀ ਪਤਾ ਲੱਗ ਗਿਆ ਜੀ। ਹਾਂਜੀ, ਸਾਦਰ ਮਧੁਰ ਭਾਖ ਕਰਬਾਨੀ। ਮਹਾਰਾਜ ਗਰੀਬ ਨਵਾਜ ਨਾ ਬੜੇ ਮਿੱਠੇ ਤੇ ਪਿਆਰੇ ਬੋਲਾਂ ਵਿੱਚ ਬੈਠਾਰੇ ਆਸਨ ਸ਼ੁਭ ਦਏ। ਮਹਾਰਾਜ ਕਹਿੰਦੇ ਆਓ ਗੋਰਖਨਾਥ ਜੀ, ਆਓ ਜੀ ਆਇਆਂ ਨੂੰ। ਆਓ ਗੋਪੀ ਚੰਦ ਜੀ, ਈਸ਼ਰਨਾਥ ਜੀ, ਪਰਨਤਨਾਥ ਜੀ, ਚਰਪਟਨਾਥ ਜੀ, ਆਓ ਬੈਠੋ ਸਾਰੇ। ਤੇ ਸਿੱਧ ਹੈਰਾਨ ਸਨ ਵੀ ਇਹਨਾਂ ਨੂੰ ਸਾਡੇ ਨਾਮ ਕਿਵੇਂ ਪਤਾ। ਇਹ ਤੇ ਮਿਲੇ ਸਾਨੂੰ ਪਹਿਲੀ ਵਾਰੀ ਤੇ ਭੁਲੇਖਾ ਸੀ ਇਹ ਉਹੋ ਹੀ ਹੈ ਜਿਨ੍ਹਾਂ ਨੇ ਜਾ ਕੇ ਸੁਮੇਰ ਪਰਬਤ ਤੇ ਤੁਹਾਡੇ ਨਾਲ ਚਰਚਾ ਕੀਤੀ ਹੈ। ਹਾਂਜੀ, ਗੋਰਖ ਆਦ ਪ੍ਰਸੰਨ ਮਨ ਭਏ। ਗੋਰਖ ਹੋਣੀ ਵੇਖ ਕੇ ਵੀ ਸਾਡਾ ਆਦਰ ਕੀਤਾ ਹੈ, ਗੋਰਖਨਾਥ ਹੋਣੀ ਬੜੇ ਖੁਸ਼ ਹੋਏ ਜੀ। ਹਾਂਜੀ, ਕਹੈ ਅਸ਼ਟੰਗ ਹੈ ਜੋਗ ਮਹਾਤਮ। ਤੇ ਸਾਧ ਸੰਗਤ ਬਚਨ ਸ਼ੁਰੂ ਕੀਤੇ, ਗੱਲਬਾਤ ਸ਼ੁਰੂ ਕੀਤੀ ਜੀ ਉਹਨਾਂ ਨੇ। ਤੇ ਗੱਲਬਾਤ ਵਿੱਚ ਕਹਿੰਦੇ ਜੀ ਅਸ਼ਟਾਂਗ ਯੋਗ ਦਾ ਬੜਾ ਵੱਡਾ ਫਲ ਹੈ, ਬੜਾ ਵੱਡਾ ਮਹਾਤਮ ਹੈ। ਹਾਂਜੀ, ਬਿਨਾ ਜੋਗ ਨਹਿ ਨਿਰਮਲ ਆਤਮ। ਤੇ ਜੋਗ ਧਾਰਨ ਕਰਨਾ ਚਾਹੀਦਾ ਬੰਦੇ ਨੂੰ, ਭਾਵ ਸਾਡੀ ਮੱਤ ਅਨੁਸਾਰ ਚੱਲਣਾ ਚਾਹੀਦਾ। ਕਹਿੰਦੇ ਜੀ ਜੋਗ ਧਾਰਨ ਕਰਨ ਤੋਂ ਬਗੈਰ ਮੁਕਤੀ ਨਹੀਂ ਹੈਗੀ ਬੰਦੇ ਦੀ, ਆਤਮਾ ਨਿਰਮਲ ਨਹੀਂ ਹੋ ਸਕਦੀ। ਹਾਂਜੀ, ਪ੍ਰਥਮ ਸਕਲ ਜੇ ਭਏ ਮਹਾਨਾ। ਕਰ ਕਰ ਜੋਗ ਸਭ ਪਾਇਓ ਗਿਆਨਾ। ਤੇ ਸਿੱਧ ਮਹਾਰਾਜ ਨੂੰ ਕਹਿਣ ਲੱਗੇ ਜੀ ਜਿਹੜੇ ਪਹਿਲੇ ਮਹਾਪੁਰਸ਼ ਮਹਾਂਪੁਰਖ ਰੱਬ ਦੇ ਪਿਆਰੇ ਵੱਡੇ ਵੱਡੇ ਹੋਏ ਆ ਸਾਰੇ ਜੋਗੀ ਸਨ, ਜੋਗ ਮਤ ਧਾਰਨ ਕੀਤਾ ਸੀ ਸਾਰਿਆਂ ਨੇ। ਹਾਂਜੀ, ਤੁਮ ਕਲਯੁਗ ਮੈਂ ਭੇ ਅਵਤਾਰ। ਤੇ ਗੁਰੂ ਅੰਗਦ ਦੇਵ ਜੀ ਨੂੰ ਕਹਿਣ ਲੱਗੇ ਤੁਸੀਂ ਵੀ ਕਲਯੁਗ ਦੇ ਅਵਤਾਰ ਹੋ। ਹਾਂਜੀ, ਗੁਰਤਾ ਗਾਦੀ ਬੈਠ ਉਦਾਰ। ਇੰਨੀ ਵੱਡੀ ਮਹਾਨ ਗੁਰਤਾ ਗੱਦੀ ਦੇ ਉੱਤੇ ਤੁਸੀਂ ਬੈਠੇ ਹੋਏ ਹੋ। ਹਾਂਜੀ, ਜੋਗ ਜੁਗਤ ਨਹਿ ਪੰਥ ਤੁਮਾਰੇ। ਤੇ ਪਰ ਤੁਹਾਡੇ ਪੰਥ ਵਿੱਚ, ਤੁਹਾਡੇ ਘਰ ਵਿੱਚ, ਰਸਤੇ ਤੇ ਕੋਈ ਵੀ ਜੋਗ ਦੀ ਜੁਗਤੀ ਨਹੀਂ ਹੈਗੀ, ਜੋਗ ਨਹੀਂ ਕਰਦੇ ਤੁਹਾਡੇ ਸਿੱਖ। ਹਾਂਜੀ, ਕਿਸ ਪ੍ਰਕਾਰ ਸਿੱਖ ਕਰੋ ਉਦਾਰੇ। ਤੇ ਸਿੱਖਾਂ ਦਾ ਉਧਾਰ ਕਿਵੇਂ ਕਰੋਗੇ ਤੁਸੀਂ? ਇਹਨਾਂ ਨੂੰ ਜੋਗ ਮਤ ਵਾਲੇ ਪਾਸੇ ਲਾਓ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਚਲੋ ਇਹ ਸਿੱਧ ਤੇ ਪ੍ਰੀਖਿਆ ਲੈਣ ਆਏ ਤੇ ਗੁਰੂ ਸਾਹਿਬ ਵੀ ਪੂਰੇ ਹੈ, ਪਰ ਮੈਂ ਬੇਨਤੀ ਕਰਾਂ ਅੱਜ ਵੀ ਬੜੇ ਲੋਕ ਤੁਰੇ ਫਿਰਦੇ ਜੀ ਜਿਹੜੇ ਕਹਿੰਦੇ ਇੰਜ ਨਹੀਂ ਹੈਗਾ, ਇੰਜ ਨਹੀਂ ਹੈਗਾ, ਸਾਡਾ ਧਰਮ ਧਾਰਨ ਕਰ ਲਓ ਮੁਕਤੀ ਹੋ ਜਾਏਗੀ ਤੁਹਾਡੀ। ਤੇ ਜੇ ਧਰਮ ਨਾ, ਵਾਹਿਗੁਰੂ ਅਧਿਆਤਮ ਦਾ ਕੋਈ ਪੰਧ ਹੀ ਨਾ ਹੋਵੇ ਤਾਂ ਉਹਨੂੰ ਨੌਕਰੀ ਦੇ ਦਿੰਦੇ ਜੀ, ਉਹਦੇ ਬੱਚੇ ਦਾ ਫਰੀ ਵਿਆਹ ਕਰ ਦਿੰਦੇ ਵੀ ਸਾਡਾ ਧਰਮ ਲੈ ਲਾ।
ਤੇ ਪਿਆਰਿਓ ਹੁਣ ਵੇਖਿਓ ਮਹਾਰਾਜ ਕਿਵੇਂ ਬਚਨ ਕਰਕੇ ਸਾਵਧਾਨ ਆਪ ਵੀ ਨੇ ਤੇ ਸਾਨੂੰ ਵੀ ਸਿਖਾਉਂਦੇ ਗੁਰੂ ਅੰਗਦ ਦੇਵ ਸਾਹਿਬ। ਹਾਂਜੀ, ਬਿਨਾ ਜੋਗ ਸਿਧ ਹਾਥ ਨ ਆਵਤ। ਜੋਗੀ ਕਹਿਣ ਲੱਗੇ ਸੱਚੇ ਪਾਤਸ਼ਾਹ, ਬਿਨਾ ਜੋਗ ਕੀਤਿਆਂ ਸਿੱਧੀ ਨਹੀਂ ਹੱਥ ਆਉਂਦੀ, ਭਾਵ ਤਾਕਤ ਨਹੀਂ ਆਉਂਦੀ ਜੀ। ਹਾਂਜੀ, ਬਿਨਾ ਜੋਗ ਬਗਿਆਨ ਨ ਪਾਵਤ। ਫਿਰ ਜੋਗ ਕਰਨ ਤੋਂ ਬਗੈਰ ਗਿਆਨ ਨਹੀਂ ਹੁੰਦਾ। ਆਸਣ ਹੁੰਦੇ ਆ ਬੜੇ ਤਰੀਕਿਆਂ ਦੇ, ਪੁੱਠੇ ਲਟਕ ਕੇ ਜੇ ਕਰੋ ਉਹ ਕਰੋ, ਉਹਦੇ ਨਾਲ ਕਹਿੰਦੇ ਗਿਆਨ ਅੰਦਰੋਂ ਪੈਦਾ ਹੁੰਦਾ ਹੈ। ਇਹ ਇਹਨਾਂ ਦੀ ਮਾਨਤਾ ਹੈ ਜੀ। ਹਾਂਜੀ, ਗਿਆਨੀ ਸੰਤ ਅਨੇਕ ਜਗ ਭਏ। ਜੋਗ ਸਾਧ ਸੋ ਪਰਮਤ ਲਏ। ਤੇ ਸਿੱਧ ਆ ਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਕਹਿ ਰਹੇ ਹੈ, ਸੱਚੇ ਪਾਤਸ਼ਾਹ ਜਿੰਨੇ ਵੀ ਗਿਆਨੀ ਹੋਏ ਹੈ, ਸੰਤ ਹੋਏ ਹੈ, ਮਹਾਰਾਜ ਉਹਨਾਂ ਜੋਗ ਨਾਲ ਹੀ ਪਰਮ ਪਦਵੀ ਪ੍ਰਾਪਤ ਕੀਤੀ ਹੈ। ਗੱਜ ਕੇ ਆਖੋ ਵਾਹਿਗੁਰੂ। ਹਰ ਕੋਈ ਆਪਣੀ ਦੁਕਾਨ ਦੀ ਮਸ਼ਹੂਰੀ ਕਰਨ ਚ ਲੱਗਾ ਹੋਇਆ ਜੀ। ਮੇਰੀ ਦੁਕਾਨ ਤੋਂ ਹੀ ਕਹਿੰਦੇ ਸਾਰਾ ਸਮਾਨ ਜਾਂਦਾ ਹੈ, ਮੇਰੀ ਦੁਕਾਨ ਤੋਂ ਹੀ ਫਲਾਣੇ ਦੀ ਥਾਂ ਤੇ ਲੱਗਾ। ਇੱਕ ਵਾਰੀ ਅਸੀਂ ਰੁਮਾਲਾ ਸਾਹਿਬ ਲੈਣ ਚਲੇ ਗਏ, ਉਹ ਜਿੰਨੀਆਂ ਦੁਕਾਨਾਂ ਵਾਲੇ ਸਾਰੇ ਕਹਿਣ ਜੀ ਜਿਹੜਾ ਅੱਜ ਸੈੱਟ ਲੱਗਾ ਸਾਡਾ ਹੀ ਲੱਗਾ ਹੋਇਆ ਹੈ ਜੀ ਦਰਬਾਰ ਸਾਹਿਬ। ਹੱਦ ਹੋ ਗਈ, ਹਰ ਬੰਦਾ ਮਸ਼ਹੂਰੀ ਕਰ ਰਿਹਾ। ਸਿੱਧ ਕਹਿੰਦੇ ਮਹਾਰਾਜ ਇਹ ਜੋਗ ਤੋਂ ਬਗੈਰ ਕੋਈ ਸੰਤ ਮਹਾਂਪੁਰਖ ਨਹੀਂ ਹੋਇਆ, ਸਾਰਿਆਂ ਨੇ ਜੋਗ ਨਾਲ ਹੀ ਗਿਆਨ ਪ੍ਰਾਪਤ ਕੀਤਾ। ਹਾਂਜੀ, ਸੁਨ ਸ਼੍ਰੀ ਅੰਗਦ ਆਸ਼ੈ ਤਾਹੀ। ਤੇ ਮਹਾਰਾਜ ਤੇ ਅੰਤਰਜਾਮੀ ਨੇ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਗੁਰੂ ਅੰਗਦ ਦੇਵ ਸਾਹਿਬ ਤੇ ਦਿਲਾਂ ਦੀਆਂ ਜਾਣਨ ਵਾਲੇ ਨੇ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਕਹਿਣ ਲੱਗੇ ਅਬ ਸਮਾਂ ਸੋ ਨਾਹੀ। ਮਹਾਰਾਜ ਕਹਿਣ ਲੱਗੇ ਭਾਈ ਹੁਣ ਨਹੀਂ ਸਮਾਂ ਹੈ, ਪਹਾੜਾਂ ਤੇ ਚੜ ਜੋ, ਜਪ ਤਪ ਕਰੋ। ਹਾਂਜੀ, ਭਗਤ ਜੋਗ ਹੈ ਮਤੋ ਹਮਾਰਾ। ਤੁਸੀਂ ਉਹ ਜੋਗਾਂ ਦੇ ਆਸਣ ਕਰਾਉਂਦੇ, ਪਰ ਮਹਾਰਾਜ ਕਹਿੰਦੇ ਸਾਡੀ ਮੱਤ ਨਹੀਂ ਹੈ, ਸਾਡੀ ਮੱਤ ਹੈ ਭਗਤੀ ਕਰੋ। ਕਹੋ ਪ੍ਰੇਮ ਨਾਲ ਵਾਹਿਗੁਰੂ 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 ਵਾਹਿਗੁਰੂ। ਸਾਡੀ ਮੱਤ ਕੀ ਹੈ? ਭਗਤੀ ਕਰੋ ਪਰਮੇਸ਼ਰ ਦੀ। ਭਗਤ ਜੋਗ ਹੈ ਮਤੋ ਹਮਾਰਾ। ਗੁਰੂ ਘਰ ਦੀ ਮੱਤ ਕੀ ਹੈ? ਸਿਮਰਨ ਭਜਨ। ਹਾਂਜੀ, ਸਿੱਧਾਂ ਸਰਬ ਰਹਿ ਦਰਬਾਰਾ। ਬਾਕੀ ਮਹਾਰਾਜ ਕਹਿਣ ਲੱਗੇ ਤੁਸੀਂ ਕਹਿੰਦੇ ਹੋ ਜੋਗ ਤੋਂ ਬਗੈਰ ਸਿੱਧੀਆਂ ਨਹੀਂ ਆਉਂਦੀਆਂ, ਸਾਡਾ ਮਤ ਭਗਤੀ ਮਤ ਹੈ ਤੇ ਸਾਰੀਆਂ ਸਿੱਧੀਆਂ ਸਾਡੇ ਦਰਬਾਰ 'ਚ ਹਰ ਸਮੇਂ ਖਲੋਤੀਆਂ ਜੀ। ਇੱਥੇ ਆਪਾਂ ਮਹਾਰਾਜ ਦੀ ਹਜ਼ੂਰੀ 'ਚ ਬੈਠੇ ਹਾਂ, ਜਿਹਦੀ ਵੇਖਣ ਵਾਲੀ ਅੱਖ ਨਹੀਂ ਹੈ ਉਹਨੂੰ ਨਹੀਂ ਪਤਾ, ਸਾਡੀ ਅੱਖ ਨਹੀਂ, ਸਾਨੂੰ ਨਹੀਂ ਪਤਾ। ਪਤਾ ਨਹੀਂ ਪਿਆਰਿਓ ਕਿਹੜੀਆਂ ਕਿਹੜੀਆਂ ਗੁਪਤ ਤਾਕਤਾਂ ਇਸ ਸਮੇਂ ਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਬੈਠੀਆਂ ਹੋਈਆਂ ਜੀ, ਜਿਹੜੀਆਂ ਸਾਰਾ ਕੁਝ ਨੋਟ ਕਰ ਰਹੀਆਂ ਜੀ, ਵੇਖ ਰਹੀਆਂ ਜੀ ਸਾਰਾ ਕੁਝ। ਮਹਾਰਾਜ ਕਹਿਣ ਲੱਗੇ ਸਾਰੀਆਂ ਸਿੱਧੀਆਂ ਗੁਰੂ ਦੇ ਦਰਬਾਰ ਵਿੱਚ, ਸਾਡੇ ਇਸ ਦਰਬਾਰ ਦੇ ਵਿੱਚ ਆ ਕੇ ਹਾਜ਼ਰ ਹੀ ਰਹਿੰਦੀਆਂ ਨੇ, ਸਦਾ ਹੀ ਰਹਿੰਦੀਆਂ। ਸਿੱਧਾਂ ਸਰਬ ਰਹਿ ਦਰਬਾਰਾ, ਸਦਾ ਹਾਜ਼ਰ ਹੀ ਰਹਿੰਦੀਆਂ ਇੱਥੇ ਆ ਕੇ। ਹਾਂਜੀ, ਆਤਮ ਗਿਆਨ ਭਗਤ ਹੀ ਦੇਤ। ਮਹਾਰਾਜ ਕਹਿਣ ਲੱਗੇ ਜਿਹੜਾ ਆਤਮ ਗਿਆਨ ਹੈ ਨਾ, ਆਤਮ ਗਿਆਨ ਬ੍ਰਹਮ ਗਿਆਨੀ ਬਣਨਾ, ਉਹ ਫਿਰ ਆਸਣ ਕਰਨ ਦੇ ਨਾਲ ਨਹੀਂ, ਉਹ ਭਗਤੀ ਕੀਤੇ ਆ। ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਬਣੀਦਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਭਗਤੀ ਆਤਮ ਗਿਆਨ ਦਿੰਦੀ ਹੈ। ਹਾਂਜੀ, ਭਗਤ ਕਰਤ ਸਭ ਹੀ ਸੁਖ ਲੇਤ। ਭਗਤੀ ਕੀਤਿਆਂ ਸਾਰੇ ਸੁੱਖ ਮਿਲਦੇ ਆ। ਭਗਤੀ ਕੀਤਿਆਂ ਕਰਕੇ ਵੇਖ ਲਓ ਸੰਗਤ ਜੀ। ਗੱਜ ਕੇ ਆਖੋ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ। ਭਗਤੀ ਕੀਤਿਆਂ ਮਹਾਰਾਜ ਕਹਿੰਦੇ ਸਾਰੇ ਸੁੱਖ ਮਿਲਦੇ। ਭਗਤੀ ਕਰਕੇ ਵੇਖ ਲਓ। ਹਾਂਜੀ, ਨਾਮ ਆਸ਼ਰੈ ਜੋਗ ਤੁਮਾਰਾ। ਹਾਂਜੀ, ਸੋ ਸਤਨਾਮ ਕਹੋ ਕੋ ਪਿਆਰਾ। ਨਾਮ ਆਸਰੈ ਜੋਗ ਤੁਮਾਰਾ, ਸੋ ਸਤਨਾਮ ਹਮਹੁ ਕੋ ਪਿਆਰਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਕਹਿਣ ਲੱਗੇ ਆ ਨਾਮ ਦੇ ਆਸਰੇ ਜੋਗ ਹੁੰਦਾ ਹੈ, ਤੇ ਤੁਸੀਂ ਆਸਣ ਕਰਕੇ ਨਾਮ ਕਮਾਉਣਾ ਹੈ। ਉਹ ਨਾਮ ਸਾਨੂੰ ਜਿੰਦ ਜਾਨ ਤੋਂ ਵੱਧ ਪਿਆਰਾ ਵਾਹਿਗੁਰੂ ਦਾ ਨਾਮ ਆ।
ਹਾਂਜੀ ਤਨ ਸਾਧਨ ਹਿਤ ਜੋਗ ਕਮਾਵੋ, ਹਾਂਜੀ। ਪੁੰਨ ਮਨ ਜੀਤੋ ਨੀਠ ਟਿਕਾਵੋ। ਮਹਾਰਾਜ ਕਹਿੰਦੇ ਤੁਸੀਂ ਤਨ ਨੂੰ ਸਾਧਣ ਵਾਸਤੇ ਯੋਗ ਕਮਾਉਂਦੇ ਹੋ, ਆਸਣ ਕਰਦੇ ਹੋ। ਕਈ ਤੇ ਸਰੀਰ ਦੀ ਐਕਸਰਸਾਈਜ਼ ਤੱਕ ਹੀ ਸੀਮਤ ਰਹਿ ਜਾਂਦੇ, ਮਨ ਨੂੰ ਟਿਕਾਉਣਾ, ਭਗਤੀ ਚਲਾਉਣਾ, ਇਹ ਗੱਲਾਂ ਤੇ ਅੱਗੇ ਦੀਆਂ ਨੇ ਜੀ। ਮਹਾਰਾਜ ਕਹਿੰਦੇ ਪਹਿਲਾਂ ਤੁਸੀਂ ਸਰੀਰ ਸਾਧੋਗੇ, ਫਿਰ ਹੌਲੀ 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 ਮਨ ਨੂੰ ਜਿੱਤਣਾ ਬੜਾ ਮੁਸ਼ਕਲ ਹੈ। ਮਨ ਟਿਕਾਓ ਵਿੱਚ ਨਹੀਂ ਆਉਂਦਾ। ਪਹਿਲੀ ਗੱਲ, ਮਨ ਟਿਕਦਾ ਹੀ ਨਹੀਂ ਜੀ। ਮਨ ਵੇਖੋ ਹਰ ਸਮੇਂ ਬੋਲ ਰਿਹਾ ਜੀ। 3-4 ਸਾਲ ਮੈਂ ਆਪਣਾ ਤਜਰਬਾ ਦੱਸਦਾ, ਇਹ ਜਿਹੜਾ ਮਨ ਹੈ ਨਾ, ਇਹ ਬੋਲਣੋਂ ਬੰਦ ਨਹੀਂ ਹੋ ਸਕਦਾ ਜੀ। ਹੁਣ ਵੀ ਵੇਖੋ ਮਨ ਬੋਲ ਰਿਹਾ, ਕੋਈ ਨਾ ਕੋਈ ਗੱਲ ਅੰਦਰ ਚੱਲੀ ਜਾਂਦੀ ਚੱਲੀ ਜਾਂਦੀ ਚੱਲੀ ਜਾਂਦੀ ਜੀ। ਮਨ ਬੋਲਣੋਂ ਬੰਦ ਨਹੀਂ ਹੋ ਸਕਦਾ। ਤੇ ਇਹਨੂੰ ਇਉਂ ਵੀ ਕਹਿ ਸਕਦੇ ਵੀ ਮਨ ਸੁਣਨੋਂ ਬੰਦ ਨਹੀਂ ਹੋ ਸਕਦਾ। ਮਨ ਆਪਣੀਆਂ ਗੱਲਾਂ ਕਰੀ ਜਾਂਦਾ, ਸੁਣੀ ਜਾਂਦਾ। ਸਕੀਮਾਂ ਹੀ ਬੰਦਾ ਮਨ 'ਚ ਬਣਾਈ ਜਾਂਦਾ ਜੀ, ਸਕੀਮਾਂ ਹੀ ਬਣਾਈ ਜਾਂਦਾ, ਤੇ ਉਹਨੂੰ ਹੀ ਸੁਣੀ ਜਾਂਦਾ ਜੀ। ਤੋ ਜਿਹੜੀਆਂ ਸਕੀਮਾਂ ਬਣਾ ਰਿਹਾ ਤੇ ਉਹਨਾਂ ਨੂੰ ਸੁਣ ਰਿਹਾ ਜੀ। ਤੇ ਕਿੰਨਾ ਵਧੀਆ ਹੋਵੇ ਜੇ ਬਾਣੀ ਸੁਣੀ ਜਾਵੇ ਜੀ, ਕਿੰਨਾ ਵਧੀਆ ਹੋਵੇ ਜੇ ਮਨ ਨਾਮ ਸੁਣੀ ਜਾਵੇ ਜੀ। ਮਹਾਰਾਜ ਕਹਿੰਦੇ ਮਨ ਨੂੰ ਟਿਕਾਉਣਾ ਬੜਾ ਔਖਾ ਜੀ। ਪਹਿਲਾਂ ਟਿਕਾਉਣਾ ਬੜਾ ਔਖਾ, ਫਿਰ ਇਹਨੂੰ ਜਿੱਤਣਾ ਹੋਰ ਔਖਾ ਜੀ। ਹਾਂ, ਸਿੱਧ ਆਏ ਤਬ ਠੰਡੀ ਹੋਏ। ਮਹਾਰਾਜ ਕਹਿੰਦੇ ਪਰ ਚੇਤਾ ਰੱਖਿਓ, ਜਦੋਂ ਵਾਹਿਗੁਰੂ ਦੇ ਨਾਮ 'ਚ ਮਨ ਜੁੜ ਜੇ ਨਾ, ਫਿਰ ਸਭ ਨਿਧੀਆਂ ਸਿੱਧੀਆਂ ਰਿੱਧੀਆਂ ਆ ਕੇ ਬੰਦੇ ਦੇ ਚਰਨਾਂ 'ਚ ਖਲੋ ਜਾਂਦੀਆਂ ਜੀ। ਪਿਆਰਿਓ, ਮਨ ਖਲੋਣਾ ਤੇ ਬੜੀ ਵੱਡੀ ਗੱਲ। ਮੈਂ ਇੱਕ ਛੋਟੀ ਜਿਹੀ ਗੱਲ ਕਹਿ ਕੇ ਅੱਗੇ ਤੁਰਦਾ। ਆ ਤੁਸੀਂ ਥੋੜ੍ਹੇ ਜਿਹਾ ਨਾਮ ਜਪ ਲਓ, ਮਾਇਆ ਤੇ ਤੁਹਾਡੇ ਪੈਰਾਂ 'ਚ ਤੁਰੀ ਫਿਰੇਗੀ ਜੀ। ਇਹ ਨਿਧੀਆਂ 'ਚ ਆਉਂਦਾ, ਖਜ਼ਾਨਿਆਂ 'ਚ ਆਉਂਦਾ, ਰਿੱਧੀਆਂ 'ਚ ਆਉਂਦਾ। ਮਾਇਆ ਤੇ ਪੈਰਾਂ 'ਚ ਤੁਰੇ ਫਿਰੇਗੀ ਜੀ। ਤੁਸੀਂ ਥੋੜ੍ਹਾ ਜਿਹਾ ਨਾਮ ਜਪ ਕੇ ਵੇਖ ਲਓ, ਪੜ੍ਹੋ, ਇੱਕ ਬਾਣੀ ਦਾ ਅਭਿਆਸ ਕਰੋ, ਜੋ ਚਾਹੋ ਲਈ ਜਾਓ ਜੀ। ਤੇ ਨਾਮ ਤੇ ਇਹਦੇ ਤੋਂ ਵੀ ਉੱਤੇ ਹੈ, ਰਿੱਧੀਆਂ ਸਿੱਧੀਆਂ ਤੋਂ ਵੀ ਉੱਤੇ ਹੈ। ਮਹਾਰਾਜ ਕਹਿੰਦੇ ਸਿੱਧ ਆਏ ਤਬ ਠੰਡੀ ਹੋਏ। ਜਦੋਂ ਮਨ ਵਾਹਿਗੁਰੂ ਵਿੱਚ ਟਿਕਦਾ, ਉਦੋਂ ਸਿੱਧੀਆਂ ਆ ਕੇ ਸਾਹਮਣੇ ਖਲੋ ਜਾਂਦੀਆਂ। ਸਾਡੇ ਸਾਹਮਣੇ ਸਦਾ ਖਲੋਤੀਆਂ ਤੁਹਾਡੇ ਸਾਹਮਣੇ ਵੀ ਹੈ। ਤੁਸੀਂ ਤਨ ਨੂੰ ਸਾਧ ਕੇ ਮਨ ਨੂੰ ਬੜੀ ਮੁਸ਼ਕਲ ਨਾਲ ਟਿਕਾਉਂਦੇ ਹੋ, ਫਿਰ ਸਿੱਧੀਆਂ ਤੁਹਾਡੇ ਸਾਹਮਣੇ ਆਉਂਦੀਆਂ ਨੇ। ਹਾਂਜੀ, 300 ਪਰਚੋ ਤੁਮਰੋ ਜੋਏ। ਪਰ ਤੁਸੀਂ ਸਿੱਧੀਆਂ ਦੇ ਵਿੱਚ ਫਸ ਜਾਂਦੇ। ਮਹਾਰਾਜ ਕਹਿੰਦੇ ਫਸ ਜਾਂਦੇ ਤੇ ਉਹਨਾਂ ਵਿੱਚ ਤੁਹਾਡਾ ਮਨ ਫਸਿਆ ਜਾਂਦਾ ਜੀ। 300 ਪਰਚੋਂ ਤੁਮਰੋ ਜੋਏ, ਤੁਹਾਡਾ ਮਨ ਜਿਹੜਾ ਉਹਨਾਂ ਦੇ ਵਿੱਚ ਪਰਚਿਆ ਜਾਂਦਾ। ਮਨ ਬਹਿਲਾ ਦਿੰਦੀ ਵਧੀਆ ਗੱਡੀ ਜੀ। ਹਾਂਜੀ, ਹੋਰ ਚੀਜ਼ਾਂ ਮਨ ਨੂੰ ਹੋਰ ਬੰਨੇ ਲਾ ਦਿੰਦੀਆਂ ਜੀ। ਪਰਮੇਸ਼ਰ ਦਾ ਤੇ ਧਿਆਨ ਪਿੱਛੇ ਰਹਿ ਜਾਂਦਾ ਜੀ। ਹਾਂਜੀ, ਬੈਸ ਵਧਾਵਨ ਆਦਿਕ ਰਾਚੇ। ਉਮਰ ਵਧਾਉਣ ਵਿੱਚ ਮਹਾਰਾਜ ਕਹਿੰਦੇ ਫਿਰ ਤੁਸੀਂ ਹੋਰ ਰਚੇ ਵੀ। ਉਮਰ ਅੱਗੇ ਬੜੀ ਵੱਡੀ ਜੀ ਇਹਨਾਂ ਸਿੱਧਾਂ ਦੀ, 250-250 ਸਾਲ ਉਮਰ ਇੱਕ ਬੰਦੇ ਦੀ ਹੋਈ ਜੀ ਸਿੱਧਾਂ ਦੀ। ਮਹਾਰਾਜ ਕਹਿੰਦੇ ਫਿਰ ਤੁਸੀਂ ਉਮਰ ਵਧਾਉਣ ਵਿੱਚ ਲੱਗ ਜਾਂਦੇ, ਚ ਹੋਰ ਕੰਮਾਂ ਕਾਰਾਂ ਵਿੱਚ ਲੱਗ ਜਾਂਦੇ ਹੋ। ਹਾਂਜੀ, ਜਗ ਦਿਖਰਾਏ ਮਾਨ ਕੋ ਜਾਚੇ। ਤੇ ਜਗਤ ਨੂੰ ਵਿਖਾਉਣਾ ਚਾਹੁੰਦੇ ਤੇ ਵੀ ਅਸੀਂ ਕੁਝ ਹੈਗੇ ਆ। ਲਗਭਗ ਸਿੱਧਾਂ ਦਾ ਨਹੀਂ, ਮੈਨੂੰ ਮਾਫ ਕਰਿਓ, ਹੁਣ ਦੇ ਸਾਡੇ ਧਾਰਮਿਕ ਬੰਦਿਆਂ ਦਾ ਵੀ ਜ਼ੋਰ ਲੱਗਾ ਪਿਆ। ਵਿਰਲਾ 'ਚ ਜਿਹੜਾ ਭਗਤੀ ਦੀ ਗੱਲ ਕਰੇਗਾ, ਵਿਰਲਾ ਹੈ ਜਿਹੜਾ ਕਹੇਗਾ ਜਪੋ ਨਾਮ, ਨਹੀਂ ਤੇ ਜਗਤ ਨੂੰ ਵਿਖਾਉਣ ਦਾ ਹੀ ਚੱਕਰ 'ਚ ਸਾਰਾ ਸੰਗਤ ਜੀ। ਤੇ ਧਾਰਮਿਕਾਂ ਦਾ ਵੀ ਇਹੋ ਹਾਲ ਹੈ, ਤੇ ਦੂਜਿਆਂ ਦਾ ਵੀ ਇਹੋ ਹਾਲ ਹੈ, ਰਾਜਨੀਤਿਕਾਂ ਦਾ ਵੀ ਇਹੋ ਹਾਲ ਹੈ, ਤੇ ਗਵਾਂਢੀ ਨੂੰ ਵਿਖਾਈ ਜਾਂਦਾ ਹੈ ਜੀ। ਜਗ ਦਿਖਰਾਏ, ਜਗਤ ਨੂੰ ਵਿਖਾਉਣਾ ਚਾਹੁੰਦੇ ਜੇ ਤੁਸੀਂ। ਵਿਖਾ ਕੇ ਕੀ ਹੈ? ਮਾਨ ਕੋ ਜਾਚੇ, ਮਾਨ ਮੰਗਦੇ ਹੋ ਵੀ ਸਨਮਾਨ ਹੋਵੇ ਸਾਡਾ। ਹਾਂਜੀ, ਜਾਂ ਤੇ ਰਹੋ ਅਨਾਤਮ ਮਾਹੀ। ਹਾਂਜੀ, ਬ੍ਰਹਮਤ ਕੋ ਜਨ ਹੋ ਨਾਹੀ। ਇਸ ਕਰਕੇ ਤੁਸੀਂ ਹੋਰ ਮਤ 'ਚ ਪਏ ਹੋ, ਆਤਮ ਗਿਆਨ ਨਹੀਂ ਲੈਂਦੇ। ਆਤਮ ਗਿਆਨ ਨਹੀਂ ਲੈਂਦੇ।
ब्रह्म आत्म को जानो नाही। ब्रह्म जो है, परमेश्वर जो है, परमेश्वर ਨੂੰ ਨਹੀਂ ਜਾਣਦੇ ਤੇ ਖੱਬੇ ਸੱਜੇ ਪਾਸੇ ਤੁਰੇ ਫਿਰਦੇ ਚ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਰੱਬ ਦਾ ਰਸਤਾ ਸੰਗਤ ਜੀ ਸਿੱਧਾ ਚ ਹੈ, ਸਿੱਧਾ। ਹਾਂਜੀ, ਜੋਗ ਜੁਗਤ ਤੇ ਛੂਛੇ ਰਹੇ। ਅਸਲ ਵਿੱਚ ਜਿਹੜੀ ਜੋਗ ਦੀ ਜੁਗਤੀ ਹੈ ਨਾ, ਜੋਗ ਹੋਣਾ ਕਿਵੇਂ? ਜੋਗ ਦਾ ਮਤਲਬ ਕੀ ਹੈ? ਜੁੜਨਾ। ਗੱਜ ਕੇ ਆਖੋ ਵਾਹਿਗੁਰੂ। ਜਿਹਨੂੰ ਮਹਾਰਾਜ ਕਹਿੰਦੇ ਹਰ ਜੇਠ ਜੁੜਨ ਦਾ ਲੋੜ ਹੀ ਹੈ। ਉਸ ਵਾਹਿਗੁਰੂ ਦੇ ਨਾਲ ਜੁੜਨਾ ਚਾਹੀਦਾ। ਅਸਲ ਵਿੱਚ ਜੋਗ ਦੀ ਜਿਹੜੀ ਜੁਗਤੀ ਹੈ ਉਹਦੇ ਤੋਂ ਤੁਸੀਂ ਖਾਲੀ ਹੋ, ਮਹਾਰਾਜ ਕਹਿਣ ਲੱਗੇ। ਹਾਂਜੀ, ਆਤਮ ਕੋ ਰਸ ਨਾਹਿਨ ਲਹੇ। ਆਤਮਾ ਦਾ ਰਸ ਨਹੀਂ ਹੈਗਾ। ਕਿਉਂ? ਜਦੋਂ ਵਾਹਿਗੁਰੂ ਨਾਲ ਜੁੜੇ ਹੀ ਨਹੀਂ ਜੀ, ਮਨ ਜੁੜਿਆ ਹੀ ਨਹੀਂ ਤਾਂ ਰਸ ਕਿੱਥੋਂ ਆਵੇ ਜੀ? ਥੋੜਾ ਰਸ, ਥੋੜਾ ਜੁੜਿਆ ਥੋੜਾ ਰਸ, ਬਹੁਤਾ ਜੁੜਿਆ ਬਹੁਤਾ ਰਸ ਜੀ। ਹਾਂਜੀ, ਜਿਮ ਸ਼੍ਰੀ ਨਾਨਕ ਜੋਗ ਬਖਾਨਾ। ਮਹਾਰਾਜ ਗੁਰੂ ਅੰਗਦ ਦੇਵ ਸਾਹਿਬ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਕਹਿਣ ਲੱਗੇ ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋਗ ਬਾਰੇ ਉਚਾਰਨ ਕੀਤਾ, ਵਾਹਿਗੁਰੂ ਨਾਲ ਮਿਲਾਪ ਕਿਵੇਂ ਹੋਣਾ। ਹਾਂਜੀ, ਸੋ ਹਮ ਕਰਹਿ ਸੁਨੋ ਤੁਮ ਕਾਨਾ। ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਕਹਿੰਦੇ ਉਹ ਤੁਹਾਨੂੰ ਦੱਸਦੇ ਆ ਤੇ ਕੰਨ ਦੇ ਕੇ ਸਾਡੀ ਗੱਲ ਸੁਣੋ ਵੀ ਰੱਬ ਨਾਲ ਮਿਲਣਾ ਕਿਵੇਂ ਹੈ, ਵਾਹਿਗੁਰੂ ਦੇ ਨਾਲ ਮਿਲਾਪ ਕਿਵੇਂ ਹੋਏਗਾ ਸਾਡਾ। ਹਾਂਜੀ, ਸ੍ਰੀ ਮੁਖ ਵਾਕ ਸੂਹੀ ਮਹੱਲਾ ਪਹਿਲਾ। ਘਰ ਸਤਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਜੋਗ ਨਾ ਖਿੰਥਾ ਜੋਗ ਨਾ ਡੰਡਾ, ਜੋਗ ਨਾ ਭਸਮ ਚੜਾਈਐ। ਵਾਹਿਗੁਰੂ। ਹਾਂਜੀ, ਜੋਗ ਨਾ ਮੁੰਦੀ ਮੂੰਡ ਮੁੰਡਾਇਐ, ਜੋਗ ਨਾ ਸਿੰਘੀ ਵਾਈਐ। ਅੰਜਨ ਮਾਹੇ ਨਿਰੰਜਨ ਰਹੀਐ, ਜੋਗ ਜੁਗਤ ਇਵ ਪਾਈਐ। ਗੱਲੀ ਜੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸਮਸਰ ਜਾਣੈ, ਜੋਗੀ ਕਹੀਐ ਸੋਈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਿੱਧ ਸਾਰੇ ਬੈਠੇ ਤੇ ਗੁਰੂ ਅੰਗਦ ਦੇਵ ਜੀ ਨੇ ਆਪਣੇ ਸ਼੍ਰੀ ਮੁਖ ਤੋਂ ਇਹ ਸ਼ਬਦ ਉਚਾਰਿਆ ਜੀ। ਤੁਸੀਂ ਉਸ ਸਮੇਂ ਦਾ ਅੰਦਾਜ਼ਾ ਲਾਓ ਸੰਗਤ ਜੀ, ਜਦੋਂ ਗੁਰੂ ਅੰਗਦ ਦੇਵ ਸਾਹਿਬ ਆਪ ਬਾਣੀ ਪੜ੍ਹਦੇ ਹੋਣਗੇ, ਸੁਣਨ ਵਾਲਿਆਂ ਨੂੰ ਕਿੰਨਾ ਆਨੰਦ ਆਉਂਦਾ ਹੋਏਗਾ ਜੀ। ਉਹਨਾਂ ਨੂੰ ਜੋਗ ਕਿਵੇਂ ਹੋਏਗਾ, ਵਾਹਿਗੁਰੂ ਨਾਲ ਮਿਲਾਪ ਕਿਵੇਂ ਹੋਣਾ ਹੈ, ਸਤਿਗੁਰੂ ਜੀ ਨੇ ਇਸ ਸ਼ਬਦ ਵਿੱਚ ਕਹਿ ਦਿੱਤਾ ਜੀ। ਤੇ ਰਹਾਉ ਵਾਲੀ ਪੰਕਤੀ, ਗੱਲੀ ਜੋਗ ਨਾ ਹੋਈ, ਗੱਲੀ ਜੋਗ ਨਾ ਹੋਈ। ਗੱਲਾਂ ਬਾਤਾਂ ਦੇ ਨਾਲ ਵਾਹਿਗੁਰੂ ਨਾਲ ਮਿਲਾਪ ਨਹੀਂ ਹੋਏਗਾ ਜੀ। ਕਹੋ ਵਾਹਿਗੁਰੂ ਵਾਹਿਗੁਰੂ। ਜੇ ਕੋਈ ਆਖੇ ਮੇਰੇ ਵਾਂਗੂ ਵੀ ਗਿਆਨੀ ਬਣ ਕੇ ਚਾਰ ਗੱਲਾਂ ਕਥਾ ਕਰਨੀਆਂ ਆ ਗਈਆਂ ਰੱਬ ਮਿਲ ਜੂ, ਨਹੀਂ। ਗੱਲਾਂ ਨਾਲ ਵਾਹਿਗੁਰੂ ਨਾਲ ਮਿਲਾਪ ਨਹੀਂ ਹੋਏਗਾ। ਏਕ ਦ੍ਰਿਸ਼ਟ ਕਰ ਸਮਸਰ ਜਾਣੈ, ਜੋਗੀ ਕਹੀਐ ਸੋਈ। ਜੋਗੀ ਕੌਣ ਹੈ? ਅਸਲ ਵਿੱਚ ਜੁੜਿਆ ਹੋਇਆ ਕੌਣ ਹੈ? ਗੁਰੂ ਨਾਨਕ ਸਾਹਿਬ ਦੱਸਦੇ ਆ, ਜਿਹੜਾ ਇੱਕ ਦ੍ਰਿਸ਼ਟੀ ਨਾਲ ਸਾਰਿਆਂ ਨੂੰ ਬਰਾਬਰ ਵੇਖੇ ਜੀ, ਸਭਨਾਂ ਵਿੱਚ ਵਾਹਿਗੁਰੂ ਨੂੰ ਵੇਖੇ। ਸਭ ਗੋਬਿੰਦ ਹੈ, 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 ਸਭ ਗੋਬਿੰਦ ਹੈ। ਗੋਬਿੰਦ ਬਿਨ ਨਹੀਂ ਕੋਏ, ਗੋਬਿੰਦ ਬਿਨ ਨਹੀਂ ਕੋਏ, ਗੋਬਿੰਦ ਬਿਨ ਨਹੀਂ ਕੋਏ, ਗੋਬਿੰਦ ਬਿਨ ਨਹੀਂ ਕੋਏ। ਉਹ ਜੁੜਿਆ ਹੋਇਆ ਵਾਹਿਗੁਰੂ ਨਾਲ ਜੀ, ਵਾਹਿਗੁਰੂ ਨਾਲ ਜੁੜਿਆ ਹੋਇਆ। ਤੇ ਮੈਂ ਇੱਥੇ ਇੱਕ ਬੇਨਤੀ ਕਰਦਿਆਂ ਸੰਗਤ ਜੀ, ਜਿਹੜਾ ਅਜੇ ਪੂਰੀ ਤਰ੍ਹਾਂ ਨਹੀਂ ਜੁੜਿਆ, ਜਿਹੜਾ ਸਾਧਨਾ ਕਰਦਾ ਹੈ, ਜਿਹੜਾ ਨਾਮ ਜਪਦਾ ਹੈ, ਜਿਹਦੇ ਤੇ ਥੋੜੀ ਬਹੁਤੀ ਮਿਹਰ ਹੋਣ ਲੱਗ ਪੈਂਦੀ ਹੈ ਨਾ, ਉਹ ਫਿਰ ਬੰਦਾ ਪਤਾ ਕੀ ਸੋਚਦਾ ਹੈ। ਜਿਹਦੇ ਮਨ ਵਿੱਚ ਅਜੇ ਈਰਖਾ ਹੈ, ਦਵੈਸ਼ ਹੈ, ਉਹ ਕਹਿੰਦਾ ਛੱਡੋ ਪਰਾਂ, ਕੀ ਲੈਣਾ ਇਹਨਾਂ ਕੰਮਾਂ ਚੋਂ, ਨਾਮ ਜਪੀਏ ਜੀ।
ਇਹ ਭਾਵ ਵੀ ਮਨ ਵਿੱਚ ਆ ਜੇ ਨਾ, ਛੱਡੋ ਪਰਾਂ ਕੀ ਕਰਨੀ ਹੈ ਈਰਖਾ, ਇਹ ਵੀ ਗੁਰੂ ਨਾਨਕ ਸਾਹਿਬ ਦੀ ਕਿਰਪਾ 'ਚ ਹੈ। ਜਿਹਦੇ ਮਨ 'ਚ ਇਹ ਆ ਗਿਆ ਵੀ ਛੱਡੋ ਪਰਾਂ ਈਰਖਾ ਕੀ ਕਰਨੀ ਹੈ, ਛੱਡੀਏ ਖਹਿੜਾ ਨਾਮ ਜਪੀਏ, ਸਮਝੋ ਤੁਰ ਪਿਆ ਜੀ ਇਸ ਰਸਤੇ ਤੇ ਜਿਹੜਾ ਈਰਖਾ ਕਰੀ ਜਾ ਰਿਹਾ ਕਰੀ ਜਾ ਰਿਹਾ ਤੇ ਨਾਮ ਵੀ ਜਪਦਾ, ਅੱਧਾ ਘੰਟਾ ਖਲੋ ਕੇ ਇੱਥੇ ਅਰਦਾਸਾਂ ਕਰਦਾ ਰਵੇ, ਗੱਲ ਨਹੀਂ ਬਣੇਗੀ, ਕਿਉਂਕਿ ਅਜੇ ਉਹ ਗੱਲਾਂ ਹੀ ਹੈ। ਮਹਾਰਾਜ ਕਹਿੰਦੇ ਆ ਜੋਗੀ ਦੀ ਪਛਾਣ ਕੀ, ਜੁੜੇ ਹੋਏ ਦੀ ਏਕ ਦ੍ਰਿਸ਼ਟ ਕਰ ਸਮਸਰ ਜਾਣੈ, ਜੋਗੀ ਕਹੀਐ ਸੋਈ, ਜਿਹੜਾ ਇੱਕ ਦ੍ਰਿਸ਼ਟੀ ਨਾਲ ਸਾਰਿਆਂ ਨੂੰ ਵੇਖਦਾ ਉਹ ਜੋਗੀ ਹੈ। ਹਾਂਜੀ ਹੁਣ ਸ਼ੁਰੂ ਕਰੋ। ਜੋਗ ਨਾ ਖਿੰਥਾ ਜੋਗ ਨਾ ਡੰਡੈ, ਜੋਗ ਨਾ ਭਸਮ ਚੜਾਈਐ। ਬਾਕੀ ਜੇ ਕੋਈ ਆਖੇ ਖਿੰਥਾ ਰੱਖ ਕੇ, ਝੋਲਾ ਰੱਖ ਕੇ ਮੈਂ ਜੋਗੀ ਹਾਂ, ਮਹਾਰਾਜ ਕਹਿੰਦੇ ਨਹੀਂ, ਇੰਜ ਜੋਗ ਵਾਹਿਗੁਰੂ ਨਾਲ ਨਹੀਂ ਮਿਲਿਆ ਜਾਣਾ। ਜੋਗੀਆਂ ਡੰਡਾ ਰੱਖਿਆ ਹੁੰਦਾ, ਮਹਾਰਾਜ ਕਹਿੰਦੇ ਤੁਸੀਂ ਸਮਝੋ ਡੰਡਾ ਰੱਖ ਕੇ ਵੀ ਅਸੀਂ ਜੋਗੀ ਹਾਂ, ਰੱਬ ਨਾਲ ਮਿਲੇ, ਇੰਜ ਜੋਗ ਨਹੀਂ ਹੋਣਾ। ਤੇ ਮਹਾਰਾਜ ਕਹਿਣ ਲੱਗੇ ਜੋਗ ਨਾ ਭਸਮ ਚੜਾਈਆ। ਕਈਆਂ ਨੇ ਆਪਣੇ ਮੁਖ ਤੇ ਸਵਾਹ ਮਲੀ ਹੁੰਦੀ, ਮੈਂ ਵੇਖੇ ਵੀ ਗਏ ਉਹ ਲੋਕ, ਸਰੀਰ ਨੂੰ ਸਵਾਹ ਮਲੀ ਹੁੰਦੀ। ਸਵਾਹ ਮਲਣ ਦਾ ਭਾਵ ਇਹ ਸੀਗਾ ਅੰਦਰੋਂ ਜਾਣਨਾ ਵੀ ਸਰੀਰ ਸਵਾਹ ਹੈਗਾ ਜੀ। ਨਿਸ਼ਾਨੀਆਂ ਤੇ ਰੱਖ ਲੀਆਂ ਪਰ ਮਨ ਤੇ ਉਹਨਾਂ ਚੀਜ਼ਾਂ ਨੂੰ ਕਬੂਲਿਆ ਹੀ ਨਹੀਂ। ਤੇ ਨਿਸ਼ਾਨੀਆਂ ਦਾ ਕੀ ਭਾਵ ਹੈ, ਮਹਾਰਾਜ ਜਪਜੀ ਸਾਹਿਬ 'ਚ ਦੱਸਦੇ, ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰਹਿ ਵਿਭੂਤ। ਧਿਆਨ ਦੀ ਵਿਭੂਤੀ ਲਾਉਣੀ ਹੈ, ਦੂਜੀ ਨਹੀਂ ਭਸਮ ਲਾਉਣੀ। ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆ ਅਸਲੀ ਜੁਗਤੀ ਹੈ। ਮਹਾਰਾਜ ਕਹਿਣ ਲੱਗੇ ਨਿਸ਼ਾਨੀਆਂ ਰੱਖਣ ਨਾ ਸਮਝੋ ਰੱਬ ਨੂੰ ਮਿਲ ਗਏ, ਨਹੀਂ। ਤੇ ਮੈਂ ਆਪਣੇ ਮਹਿਕਮੇ ਨੂੰ ਵੀ ਕਹਿ ਦਿਆਂ, ਆਪਣੇ ਵਾਲੇ ਪੰਜਾਬੀ 'ਚ ਲਾਣਾ ਕਹਿੰਦੇ ਆ, ਮੈਂ ਆਪਣੇ ਮਹਿਕਮੇ ਨੂੰ ਵੀ ਇਹ ਗੱਲ ਕਹਿ ਦਿਆਂ ਵੀ ਮਤ ਸਮਝੋ ਬਾਣਾ ਪਾਉਣ ਨਾਲ ਪ੍ਰਾਪਤੀ ਹੈ, ਨਹੀਂ। ਜਿੰਨਾ ਚਿਰ ਤੱਕ ਬਾਣੀ ਅੰਦਰ ਨਹੀਂ ਹੈ ਨਿਰਾ ਬਾਣਾ ਕੱਖ ਨਹੀਂ ਹੈ ਜੀ। ਸਮਝੋ ਇੱਕ ਪਰ ਹੈ, ਦੂਜਾ ਪਰ ਹੈ ਹੀ ਨਹੀਂ। ਇਸ ਕਰਕੇ ਮਹਾਰਾਜ ਅੱਗੋਂ ਦੱਸਦੇ ਆ, ਜੋਗ ਨਾ ਮੁੰਦੀ ਮੂਡ ਮੁੰਡਾਇਐ, ਜੋਗ ਨਾ ਸਿੰਘੀ ਵਾਈਐ। ਮੁੰਦਰਾ ਪਾਉਣ ਨਾਲ ਜੋਗ ਨਹੀਂ ਆ ਜਾਣਾ, ਮੁੰਦਰਾ ਪਾਉਣ ਨਾਲ ਵਾਹਿਗੁਰੂ ਨਾਲ ਮਿਲਾਪ ਨਹੀਂ ਹੋਣਾ। ਸਿਰ ਮਨਾਇਆ ਵੀ ਵਾਹਿਗੁਰੂ ਨਾਲ ਮਿਲਾਪ ਨਹੀਂ ਹੋਣਾ। ਤੇ ਜੋਗੀ ਸਿੰਘੀ ਵਜਾਉਂਦੇ ਆ, ਮਹਾਰਾਜ ਕਹਿੰਦੇ ਸਿੰਘੀ ਵਜਾਇਆ ਵੀ ਉਸ ਵਾਹਿਗੁਰੂ ਨਾਲ ਮਿਲਾਪ ਨਹੀਂ ਹੋਣਾ। ਅੰਜਨ ਮਾਹੇ ਨਿਰੰਜਨ ਰਹੀਐ, ਜੋਗ ਜੁਗਤ ਇਵ ਪਾਈਐ। ਫਿਰ ਰੱਬ ਨੂੰ ਮਿਲਣ ਦੇ ਕੀ ਜੁਗਤੀ ਆ, ਗੱਜ ਕੇ ਆਖੋ ਵਾਹਿਗੁਰੂ, ਗੱਜ ਕੇ ਵਾਹਿਗੁਰੂ। ਰੱਬ ਨੂੰ ਮਿਲਣ ਦੀ ਕੀ ਜੁਗਤੀ ਹੈ? ਰੱਬ ਨੂੰ ਮਿਲਣ ਦੀ ਜੁਗਤੀ ਮਹਾਰਾਜ ਕਹਿੰਦੇ ਆ ਇਸ ਮਾਇਆ ਵਿੱਚ ਰਹਿੰਦਿਆਂ ਹੋਇਆਂ ਵੀ ਵਾਹਿਗੁਰੂ ਦੇ ਨਾਲ ਰਹਿਣਾ ਜੀ। ਅੰਜਨ ਮਾਹੇ ਨਿਰੰਜਨ ਰਹੀਏ। ਅੰਜਨ ਮਾਇਆ, ਨਿਰੰਜਨ ਜਿਹੜਾ ਮਾਇਆ ਤੋਂ ਰਹਿਤ ਹੈ ਉਹ ਹੈ ਵਾਹਿਗੁਰੂ। ਉਹਦੇ ਨਾਲ ਰਹੀਐ, ਜੋਗ ਜੁਗਤ ਏਵ ਪਾਈਐ। ਮਹਾਰਾਜ ਕਹਿੰਦੇ ਇੰਜ ਫਿਰ ਰੱਬ ਨਾਲ ਜੁੜਿਆ ਜਾਏਗਾ, ਇੰਜ ਜੁਗਤੀ ਮਿਲਦੀ ਹੈ ਰੱਬ ਨਾਲ ਮਿਲਣ ਦੀ। ਹਾਂਜੀ, ਗੱਲੀ ਜੋਗ ਨਾ ਹੋਈ। ਗੱਲਾਂ ਬਾਤਾਂ ਨਾ ਥੋੜੀ, ਇਹ ਗੱਲਾਂ ਬਾਤਾਂ 'ਚ ਹੀ ਆ ਜਾਂਦਾ ਤੇ ਸਾਰਾ ਕੁਝ। ਡੰਡਾ ਫੜ ਲੈਣਾ, ਖਿੰਥਾ ਪਾ ਲੈਣੀ, ਭਸਮ ਲਾ ਲੈਣੀ, ਤੇ ਸਾਧ ਸੰਗਤ ਮੂੰਡ ਮੁੰਡਾ ਲੈਣਾ, ਸਿੰਘੀ ਵਜਾਉਣੀ, ਤੇ ਮੁੰਦਰਾਂ ਕੰਨਾਂ 'ਚ ਪਾ ਲੈਣੀਆਂ, ਇਹ ਗੱਲਾਂ ਹੀ ਨੇ ਸਾਰੀਆਂ। ਮਹਾਰਾਜ ਕਹਿੰਦੇ ਨਹੀਂ, ਇੰਜ ਮੇਰੇ ਵਾਹਿਗੁਰੂ ਨਾਲ ਮਿਲਾਪ ਨਹੀਂ ਹੋਣਾ। ਹਾਂਜੀ, ਏਕ ਦ੍ਰਿਸ਼ਟ ਕਰ ਸੰਸਰ ਜਾਣੈ, ਜੋਗੀ ਕਹੀਐ ਸੋਈ। ਨਾਮ ਜਪਦਿਆਂ ਜਪਦਿਆਂ ਜਦੋਂ ਅਵਸਥਾ ਬਣ ਗਈ ਤੇ ਸਾਰਿਆਂ ਵਿੱਚ ਵਾਹਿਗੁਰੂ ਦਿਸਣ ਲੱਗ ਪਿਆ, ਫਿਰ ਸਮਝੋ ਇਹ ਜੋਗੀ ਹੈ। ਪ੍ਰੇਮ ਨਾਲ ਕਹੋ ਵਾਹਿਗੁਰੂ, ਵਾਹਿਗੁਰੂ। ਸਮਝੋ ਜੁੜਿਆ ਹੋਇਆ ਜੀ। ਅਜੇ ਨਹੀਂ ਜੀ, ਜਿੰਨਾ ਚਿਰ ਅਵਸਥਾ ਕੋਈ ਨਹੀਂ ਹੈਗੀ ਜੀ। ਅਵਸਥਾ ਕੀ? ਸਭ ਗੋਬਿੰਦ ਹੈ। ਹਾਂਜੀ, ਰਹਾਉ
ਜੋਗ ਨਾ ਬਾਹਰ ਮੜੀ ਮਸਾਣੀ, ਜੋਗ ਨਾ ਤਾੜੀ ਲਾਈਐ। ਸਾਧ ਸੰਗਤ ਜੀ ਬਾਹਰ ਜਾ ਕੇ ਮੜੀਆਂ 'ਚ ਬਹਿ ਜਾਂਦੇ ਸਨ ਜੋਗੀ, ਤੇ ਗੁਰੂ ਅੰਗਦ ਦੇਵ ਸਾਹਿਬ ਉਚਾਰ ਰਹੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ। ਮਹਾਰਾਜ ਕਹਿਣ ਲੱਗੇ, ਭਾਈ ਬਾਹਰ ਕਬਰਾਂ ਵਿੱਚ ਜਾ ਕੇ ਬਹਿ ਜਾਣਾ, ਸ਼ਮਸ਼ਾਨ ਭੂਮੀਆਂ ਵਿੱਚ ਘੁੰਮਣ ਲੱਗ ਪੈਣਾ ਤੇ ਤਾੜੀ ਲਾਉਣੀ, ਸਮਾਧੀ ਲਾ ਲੈਣੀ, ਇਹਦੇ ਨਾਲ ਵਾਹਿਗੁਰੂ ਨਹੀਂ ਮਿਲਦਾ। ਹਾਂਜੀ। ਜੋਗ ਨਾ ਦੇਸ ਦਸੰਤਰ ਭਵੈ, ਜੋਗ ਨਾ ਤੀਰਥ ਨਹਾਈਐ। ਕਈ ਜੋਗੀ ਲੋਕ ਟਿਕ ਕੇ ਨਹੀਂ ਬਹਿੰਦੇ, ਉਹ ਸਾਧ ਸੰਗਤ ਜੀ ਕਿਤੇ ਕਦੀ ਕਿਤੇ ਤੁਰੇ ਫਿਰਦੇ ਜੀ। ਮਹਾਰਾਜ ਕਹਿੰਦੇ ਦੇਸ਼ਾਂ ਵਿਦੇਸ਼ਾਂ ਵਿੱਚ ਤੁਰੇ ਫਿਰੋ, ਇਹਦੇ ਨਾਲ ਵਾਹਿਗੁਰੂ ਦਾ ਮਿਲਾਪ ਨਹੀਂ ਹੋਣਾ ਜੀ। ਕੋਈ ਬ੍ਰਹਮ ਗਿਆਨੀ ਬਣਨ ਵਾਸਤੇ ਤੁਰੇ ਫਿਰਦੇ ਜੀ? ਨਹੀਂ, ਬ੍ਰਹਮ ਗਿਆਨ ਵਾਸਤੇ ਥੋੜੀ ਤੁਰੇ ਫਿਰਦੇ ਜੀ, ਬਹੁਤੇ ਤੇ ਮਾਇਆ ਇਕੱਠੀ ਕਰਨ ਲਈ ਤੁਰੇ ਫਿਰਦੇ ਜੀ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਹੀਂ, ਇਸ ਤਰ੍ਹਾਂ ਨਹੀਂ ਜੋਗ ਮਿਲਣਾ। ਜੋਗ ਨਾ ਤੀਰਥ ਨਹਾਈਐ, ਤੀਰਥ ਨਾਉਣ ਨਾਲ ਪੁੰਨ ਵਧਣਗੇ, ਪਰ ਵਾਹਿਗੁਰੂ ਨਾਲ ਮਿਲਾਪ ਵਾਲੀ ਗੱਲ ਤਾਂ ਸਿਮਰਨ ਨਾਲ ਹੀ ਹੋਣੀ ਹੈ। ਹਾਂਜੀ। ਅੰਜਨ ਮਾਹੈ ਨਿਰੰਜਨ ਰਹੀਐ, ਜੋਗ ਜੁਗਤ ਇਵ ਪਾਈਐ। ਫਿਰ ਮਹਾਰਾਜ ਨੇ ਆਖਿਆ, ਮਹਾਰਾਜ ਕਹਿੰਦੇ ਭਾਈ ਇਸ ਮਾਇਆਵੀ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਵਾਹਿਗੁਰੂ ਦੇ ਚਰਨਾਂ ਨਾਲ ਜਿਹੜਾ ਜੁੜਦਾ ਉਹ ਜੁਗਤੀ ਪਾਉਂਦਾ। ਜੁੜੇ ਰਹਿਣਾ ਬੜੀ ਵੱਡੀ ਗੱਲ 'ਚ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਜੁੜੇ ਰਹਿਣਾ ਬੜੀ ਵੱਡੀ ਗੱਲ। ਜਿਹੜਾ ਗੁਰੂ ਨਾਲ ਜੁੜਿਆ ਰਹੇਗਾ ਨਾ ਜੀ, ਉਹ ਹਰਿਆ ਭਰਿਆ ਰਹੇਗਾ। ਜਿਸ ਬੂਟੇ ਦੀ ਜੜ, ਜਿਸ ਰੁੱਖ ਦੀ ਜੜ ਜ਼ਮੀਨ ਦੇ ਵਿੱਚ ਹੈ, ਧਰਤੀ ਦੇ ਨਾਲ ਲੱਗੀ ਹੈ ਤੇ ਪਾਣੀ ਲਗਾਤਾਰ ਮਿਲ ਰਿਹਾ ਹੈ, ਪਿਆਰਿਓ ਹਰਿਆ ਭਰਿਆ ਰਹੇਗਾ। ਹੁਣ ਇਸ ਗੱਲ ਨੂੰ ਸਮਝਿਓ, ਜਿਹਦੀ ਜੜ ਗੁਰੂ ਘਰ ਨਾਲ ਲੱਗੀ ਹੈ ਤੇ ਜਿਹਨੂੰ ਬਾਣੀ ਦਾ ਪਾਣੀ ਮਿਲ ਰਿਹਾ ਜੀ, ਉਹਦਾ ਮਨ ਹਰਿਆ ਭਰਿਆ ਰਹੇਗਾ ਜੀ। ਮਹਾਰਾਜ ਕਹਿੰਦੇ ਇਹ ਜੁਗਤੀ ਹੈ, ਇਹ ਤਰੀਕਾ ਮਿਲਦਾ ਹੈ। ਹਾਂਜੀ। ਸਤਿਗੁਰ ਭੇਟੈ ਤਾਂ ਸਹਸਾ ਟੂਟੈ, ਧਾਵਤ ਵਰਜ ਰਹਾਈਐ। ਪਰ ਇਹ ਹੁੰਦਾ ਕਦੋਂ ਹੈ? ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਬੰਦੇ ਦੀ ਕਿੱਥੋਂ ਸੰਗਤ ਜੀ ਇੰਨੀ ਔਕਾਤ ਹੈ ਸਿੱਧਾ ਰੱਬ ਨਾਲ ਜੁੜ ਜੇ? ਬੰਦਾ ਨਹੀਂ ਜੁੜ ਸਕਦਾ ਜੀ ਸਿੱਧਾ ਰੱਬ ਨਾਲ। ਅਸੀਂ ਤੇ ਮਾਫ ਕਰਿਓ, ਕਿਤੇ ਬਾਹਰੀ ਤੌਰ ਤੇ ਬੱਚਿਆਂ ਦਾ ਰਿਸ਼ਤਾ ਕਰਨਾ ਹੋਵੇ ਨਾ, ਵਿੱਚ ਲੋਕ ਵਿਚੋਲਾ ਪਾਉਂਦੇ ਆ। ਰਿਸ਼ਤਾ ਕਰਨਾ ਹੋਵੇ, ਕਹਿੰਦੇ ਸਿੱਧਿਆਂ ਗੱਲ ਨਹੀਂ ਹੋ ਸਕਦੀ। ਸਿੱਧਿਆਂ ਗੱਲ ਕੀਤੀ ਕਈ ਵਾਰੀ ਗੱਲ ਬਣਦੀ ਨਹੀਂ, ਵਿਚੋਲਾ ਵਿਚੋਲਾ ਰੱਖਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਬਾਣੀ 'ਚ ਦੱਸਦੇ, ਕਹਿੰਦੇ ਜਿਹੜੇ ਕਹਿੰਦੇ ਸਿੱਧਿਆਂ ਰੱਬ ਨਾਲ, ਆ ਰਿਸ਼ਤੇਦਾਰਾਂ ਨਾਲ ਤਾਂ ਸਿੱਧੀ ਗੱਲ ਨਹੀਂ ਹੁੰਦੀ ਨਵੇਂ ਨਵੇਂ, ਤੇ ਸਿੱਧੀ ਰੱਬ ਨਾਲ ਕਿਵੇਂ ਗੱਲ ਹੋ ਜਾਏਗੀ ਜੀ? ਇਹਦੇ ਵਾਸਤੇ ਸਤਿਗੁਰੂ ਜੀ ਦੀ ਲੋੜ ਹੈ। ਸਤਿਗੁਰ ਭੇਟੈ ਤਾਂ ਸਹਸਾ ਟੂਟੈ। ਜਦੋਂ ਫਿਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੂੰ ਕੋਈ ਭੇਟਦਾ, ਕੋਈ ਜਾ ਕੇ ਮਿਲਦਾ ਹੈ, ਗੁਰਾਂ ਦੇ ਚਰਨਾਂ 'ਚ ਆਉਂਦਾ ਹੈ, ਸੱਚੇ ਪਾਤਸ਼ਾਹ ਨੂੰ ਮੱਥਾ ਟੇਕਦਾ ਹੈ, ਬਾਣੀ ਪੜ੍ਹਦਾ ਹੈ, ਫਿਰ ਗੁਰੂ ਸਾਹਿਬ ਕਿਰਪਾ ਕਰਦੇ ਆ। ਫਿਰ ਸੰਗਤ ਜੀ ਬੰਦੇ ਦੇ ਸ਼ੰਕੇ ਦੂਰ ਹੁੰਦੇ ਆ। ਹੌਲੀ ਹੌਲੀ ਸਭ ਸ਼ੰਕੇ ਜਿਹੜੇ ਆ ਉਹ ਦੂਰ ਹੁੰਦੇ ਆ। ਹਾਂਜੀ। ਨਿਝਾਰ ਝਰੈ ਸਹਿਜ ਧੁਨ ਲਾਗੈ, ਘਰ ਹੀ ਪਰਚਾ ਪਾਈਐ। ਫਿਰ ਪੜੋ ਸਤਿਗੁਰ ਭੇਟੈ। ਸਤਿਗੁਰ ਭੇਟੈ ਤਾਂ ਸਹਸਾ ਟੂਟੈ, ਧਾਵਤ ਵਰਜ ਰਹਾਈਐ। ਫਿਰ ਮਹਾਰਾਜ ਕਹਿੰਦੇ ਗੁਰੂ ਸਾਹਿਬ ਕਿਰਪਾ ਕਰਦੇ ਆ, ਬੰਦੇ ਤੇ ਮਿਹਰ ਕਰਦੇ ਆ, ਬਖਸ਼ਿਸ਼ ਕਰਦੇ ਆ। ਜਦੋਂ ਬੰਦਾ ਗੁਰੂ ਸਾਹਿਬ ਕੋਲ ਆਉਂਦਾ ਹੈ, ਗੁਰੂ ਸਾਹਿਬ ਮਿਹਰ ਕਰਦੇ ਆ, ਮਨ ਭਟਕਦੇ ਹੋਏ ਨੂੰ ਕਾਬੂ ਕਰਨਾ ਬੰਦੇ ਨੂੰ ਆ ਜਾਂਦਾ ਜੀ। ਇਹ ਵੈਸੇ ਗੁਰੂ ਦੀ ਮਿਹਰ ਨਾਲ ਹੀ ਹੁੰਦਾ ਜੀ। ਸਤਿਗੁਰ ਭੇਟੈ ਤਾਂ ਸਹਸਾ ਟੂਟੈ, ਧਾਵਤ ਵਰਜ ਰਹਾਈਐ। ਗੁਰੂ ਸਾਹਿਬ ਕੋਲ ਬੰਦਾ ਜਾਏਗਾ, ਗੁਰੂ ਸਾਹਿਬ ਕਿਰਪਾ ਕਰਨਗੇ, ਸ਼ੰਕੇ ਦੂਰ ਹੋਣਗੇ, ਮਨ ਟਿਕਣਾ ਸ਼ੁਰੂ ਹੋਏਗਾ। ਧਾਵਤ ਹੁੰਦਾ ਦੌੜਦਾ ਹੋਇਆ। ਇਹ ਮਨ ਜਿਹੜਾ ਦੌੜਦਾ ਨਾ ਜੀ, ਵਰਜ ਰਹਾਈਐ, ਫਿਰ ਵਰਜ ਕੇ ਰੱਖਣਾ ਆ ਜਾਂਦਾ ਜੀ। ਹੁਣ ਪੜੋ ਨਿਝਾਰ। ਨਿਝਾਰ ਝਰੈ ਸਹਿਜ ਧੁਨ ਲਾਗੈ, ਘਰ ਹੀ ਪਰਚਾ ਪਾਈਐ। ਫਿਰ ਗੁਰੂ ਸਾਹਿਬ ਕਹਿੰਦੇ ਅੱਗੋਂ ਕਿਰਪਾ ਹੁੰਦੀ ਹੈ,
ਕੀ ਨਿਝਰ ਝਰੈ, ਅੰਦਰ ਅੰਮ੍ਰਿਤ ਵਰਸਣਾ ਸ਼ੁਰੂ ਹੋ ਜਾਂਦਾ ਜੀ, ਅੰਮ੍ਰਿਤ ਰਸ ਆਉਣਾ ਸ਼ੁਰੂ ਹੋ ਜਾਂਦਾ ਜੀ। ਜਦੋਂ ਮਨ ਟਿਕਣ ਲੱਗ ਪੈਂਦਾ ਫਿਰ ਅੰਮ੍ਰਿਤ ਰਸ ਆਉਣ ਲੱਗ ਪੈਂਦਾ ਜੀ। ਤੇ ਫਿਰ ਬਾਹਰੋਂ ਵਾਜਿਆਂ ਦੀ ਲੋੜ ਨਹੀਂ ਹੈਗੀ ਜੀ, ਹਾਰਮੋਨੀਅਮ ਦੀ ਲੋੜ ਨਹੀਂ ਹੈ, ਤੇ ਬਾਹਰੀ ਤੌਰ ਤੇ ਲੋੜ ਹੈ ਸੰਗਤਾਂ ਦੇ ਕੀਰਤਨ ਸੁਣਨ ਵਾਸਤੇ। ਫਿਰ ਸਹਿਜ ਧੁਨ ਲੱਗ ਹੈ, ਫਿਰ ਸਹਿਜ ਧੁਨ ਲੱਗਦੀ ਅੰਦਰ, ਅੰਦਰ ਇਲਾਹੀ ਕੀਰਤਨ ਹੋਣ ਲੱਗ ਪੈਂਦਾ ਜੀ। ਗੁਰਮੁਖੋ, ਇੱਕ ਮਹਾਂਪੁਰਖਾਂ ਦੇ ਅੰਦਰ ਸਹਿਜ ਧੁਨ ਦੀ ਆਵਾਜ਼ ਆਉਂਦੀ ਸੀਗੀ। ਸੰਤ ਬਾਬਾ ਕਰਤਾਰ ਸਿੰਘ ਜੀ ਬਰਿਆਰਾਂ ਵਾਲਿਆਂ ਦੇ ਅੰਦਰ 2.5 ਕਿੱਲਿਆਂ ਤੱਕ ਉਹਦੀ ਆਵਾਜ਼ ਜਾਂਦੀ ਹੁੰਦੀ ਸੀ, ਅੰਦਰ ਕੀਰਤਨ ਹੋ ਰਿਹਾ। ਔਰ ਇਹ ਐਵੇਂ ਨਹੀਂ, ਇਹ ਬੜੀ ਬਖਸ਼ਿਸ਼ ਦੇ ਨਾਲ। ਹੁਣ ਜਿਹੜਾ ਬੰਦਾ ਨਹੀਂ ਮੰਨਦਾ ਜੀ, ਹੁਣ ਭਾਈ ਤੈਨੂੰ ਕੀ ਦੱਸੀਏ, ਤੇਰੀ ਪਹੁੰਚ ਹੀ ਨਹੀਂ ਹੈਗੀ। ਪਹੁੰਚ ਹੋਵੇਗੀ ਤੇ ਤੈਨੂੰ ਪਤਾ ਲੱਗੇਗਾ ਨਾ। ਮੰਨਣੀ ਹੈ ਜੇ ਟਿਕਿਆ। ਸੋ ਨਿਝਰ ਝਰੈ ਸਹਿਜ ਧੁਨ ਜਾਗੈ, ਫਿਰ ਅੰਦਰ ਸਹਿਜ ਧੁਨ ਜਾਗਦੀ ਹੈ ਤੇ ਸਾਧ ਸੰਗਤ ਸਹਿਜ ਧੁਨ ਲੱਗੈ। ਵਾਹਿਗੁਰੂ ਅੰਦਰ ਸਹਿਜ ਧੁਨ ਲੱਗ ਪੈਂਦੀ, ਚੱਲਣ ਲੱਗ ਪੈਂਦੀ ਹੈ। ਤੇ ਗੁਰੂ ਰਾਮਦਾਸ ਜੀ ਲਾਵਾਂ 'ਚ ਕਹਿੰਦੇ, ਹਿਰਦੈ ਹਰ 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 ਧੁਨ ਉਪਜੇ, ਹਿਰਦੈ ਹਰ 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 ਧੁਨ ਉਪਜੇ, ਹਿਰਦੈ ਹਰ 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 ਧੁਨ ਉਪਜੀ, ਹਿਰਦੈ ਹਰ 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 ਧੁਨ ਉਪਜੀ। ਧੁਨ ਲੱਗੀ ਰਹਿੰਦੀ ਜੀ ਅੰਦਰ ਜੀ, ਲੱਗੀ ਰਹਿੰਦੀ ਜੀ। ਹਾਂਜੀ। ਅੰਜਨ ਮਹਿ ਨਿਰੰਜਨ ਰਹੀਐ, ਜੋਗ ਜੁਗਤ ਇਵ ਪਾਈਐ। ਨਿਝਰ ਝਰੈ ਸਹਿਜ ਧੁਨ ਲਾਗੈ, ਤਾਂ ਘਰ ਹੀ ਪਰਚਾ ਪਾਈਐ। ਨਿਝਰ ਝਰੈ ਸਹਿਜ ਧੁਨ ਲਾਗੈ, ਘਰ ਹੀ ਪਰਚਾ ਪਾਈਐ। ਮਹਾਰਾਜ ਕਹਿੰਦੇ ਫਿਰ ਅੰਦਰੇ ਅੰਦਰ ਕਿਰਪਾ ਹੁੰਦੀ ਜੀ, ਅੰਦਰ ਬ੍ਰਹਮ ਗਿਆਨ ਦਾ ਪਰਚਾ ਪੈਂਦਾ ਜੀ, ਅੰਦਰ ਪਰਚਾ ਪ੍ਰਾਪਤ ਹੁੰਦਾ ਬ੍ਰਹਮ ਗਿਆਨ ਦਾ। ਫਿਰ ਬੰਦੇ ਨੂੰ ਬ੍ਰਹਮ ਗਿਆਨੀ ਕਹਿ ਸਕਦੇ, ਉਹਨਾਂ ਚਿਰ ਉਹ ਬ੍ਰਹਮ ਗਿਆਨੀ ਨਹੀਂ ਹੈ। ਸੋ ਇਸ ਕਰਕੇ ਜੇ ਵਾਹਿਗੁਰੂ ਨਾਲ ਜੁੜੇ ਰਹਿਣਾ ਤੇ ਇਸ ਮਾਇਆਵੀ ਸੰਸਾਰ ਵਿੱਚ ਰਹਿੰਦਿਆਂ, ਅਪਵਿੱਤਰਤਾ ਵਿੱਚ ਰਹਿੰਦਿਆਂ ਬੰਦਾ ਮਨ ਪਵਿੱਤਰ ਰੱਖੇ, ਤਾਂ ਜੋਗ ਦਾ ਮਤ ਮਿਲੇਗਾ, ਤਾਂ ਵਾਹਿਗੁਰੂ ਨੂੰ ਮਿਲਣ ਬਾਰੇ ਪਤਾ ਲੱਗੇਗਾ। ਹਾਂਜੀ। ਨਾਨਕ ਜੀਵਤਿਆਂ ਮਰ ਰਹੀਐ, ਐਸਾ ਜੋਗ ਕਮਾਈਐ। ਪੰਕਤੀਆਂ ਕਹਿ ਕੇ ਖਿਮਾ ਮੰਗੀਏ ਪਿਆਰਿਓ। ਅਖੀਰ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ। ਮਹਾਰਾਜ ਕਹਿਣ ਲੱਗੇ ਇੰਜ ਨਹੀਂ ਗੱਲ ਬਣਦੀ, ਇਹਦੇ ਵਾਸਤੇ ਜਿੰਦਿਆਂ ਜੀ ਮਰਨਾ ਪੈਣਾ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਜਿੰਦਿਆਂ ਜੀ ਮਰਨ ਦਾ ਕੀ ਭਾਵ ਹੈ? ਜਿੰਦਿਆਂ ਜੀ ਮਰਨ ਦਾ ਭਾਵ ਇਹ ਹੈਗਾ ਆਪਣੇ ਮਨ ਨੂੰ ਮਾਰਨਾ ਜੀ। ਸ਼ੇਖ ਚਿੱਲੀ ਨਾ ਜਿਹੜਾ ਕਿਸੇ ਮਹਾਂਪੁਰਖ ਕੋਲ ਚਲੇ ਗਿਆ, ਕਹਿੰਦਾ ਮਹਾਂਪੁਰਖੋ ਮੈਨੂੰ ਰੱਬ ਨਾਲ ਮਿਲਾਓ। ਉਹ ਕਹਿੰਦੇ ਰੱਬ ਨਾਲ ਮਿਲਣ ਵਾਸਤੇ ਤੇ ਜਿੰਦਿਆਂ ਹੀ ਮਰਨਾ ਪੈਂਦਾ ਜੀ। ਤੋ ਗੱਲ ਨਾ ਸਮਝਿਆ ਜੀ। ਉਹ ਕਹਿੰਦਾ ਇਹ ਕਿਹੜਾ ਕੰਮ ਹੈਗਾ। ਉਹ ਬਾਹਰ ਗਿਆ, ਕਬਰ ਪੁੱਟੀ ਤੇ ਵਿੱਚ ਲੰਮੇ ਪੈ ਗਿਆ। ਉੱਧਰੋਂ 2 ਭਾਈ ਤੇਲ ਲੈ ਕੇ ਲੰਘਦੇ ਹੁੰਦੇ ਸਨ ਰੋਜ਼, ਤੇ ਇੱਕ ਭਾਈ ਨਹੀਂ ਸੀ ਆਇਆ, ਇਕੱਲਾ ਸੀ। ਤੇਲ ਸਾਧ ਸੰਗਤ ਉਹ ਥੱਲੇ ਨਹੀਂ ਸੀ ਰੱਖ ਸਕਦਾ ਵੀ ਡੁੱਲ ਨਾ ਜਾਵੇ। ਤੋ ਲਾਗੋਂ ਉਹ ਕਬਰ ਦੇ ਲਾਗੇ ਖਲੋਤਾ, ਕਹਿਣ ਲੱਗਾ ਜੇ ਦੂਜਾ ਭਾਈ ਹੁੰਦਾ ਤੇ ਮੇਰਾ ਹੱਥ ਵੰਡਾ ਦਿੰਦਾ, ਹੁਣ ਮੈਂ ਥੱਕਿਆ। ਤੇ ਇਹ ਕਬਰ ਵਿੱਚੋਂ ਬੋਲਿਆ, ਕਹਿਣ ਲੱਗਾ ਮਦਦ ਤੇ ਤੇਰੀ ਕਰ ਦਿੰਦੇ, ਪਰ ਹੁਣ ਮੈਂ ਮਰ ਗਿਆ। ਕਹਿੰਦਾ, ਉਹ ਕਹਿੰਦਾ ਵੀ ਮਰੇ ਬੰਦੇ ਤੇ ਬੋਲਦੇ ਨਹੀਂ, ਤੂੰ ਕਿਵੇਂ ਬੋਲਦਾ? ਕਹਿੰਦਾ ਤਾਜ਼ਾ ਤਾਜ਼ਾ ਹੀ ਮਰਿਆ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਭਾਵ ਮਰਨ ਨੂੰ ਸਮਝਿਆ ਨਹੀਂ, ਮਹਾਂਪੁਰਖਾਂ ਦਾ ਇਸ਼ਾਰਾ ਨਹੀਂ ਸਮਝਿਆ। ਅੰਜਨ ਮਾਹੇ ਵਾਹਿਗੁਰੂ ਅੰਜਨ ਮਾਹੇ ਨਿਰੰਜਨ ਰਹੀਐ, ਜੋਗ ਜੁਗਤ ਇਵ ਪਾਈਐ। ਨਾਨਕ ਜੀਵਤਿਆਂ ਮਰ ਰਹੀਐ, ਐਸਾ ਜੋਗ ਕਮਾਈਐ। ਮਹਾਰਾਜ ਕਹਿੰਦੇ ਜੀਂਦਿਆਂ ਜੀ ਮਨ ਨੂੰ ਮਾਰੋ। ਇਹ ਅਸਲ ਵਿੱਚ ਵਾਹਿਗੁਰੂ ਨੂੰ ਮਿਲਣ ਵਾਸਤੇ ਅਸਲੀ ਜੋਗ ਕਮਾਉਣਾ ਹੈ। ਵਾਜੇ ਬਾਜੋਂ ਸਿੰਘੀ ਵਾਜੈ। ਫਿਰ ਵਾਜੇ ਵਜਾਉਣ ਦੀ ਲੋੜ ਨਹੀਂ ਹੈ, ਅੰਦਰ ਆਪੇ ਹੀ ਧੁਨਾਂ ਵੱਜਦੀਆਂ ਜੀ, ਅੰਦਰ ਆਪੇ ਹੀ ਖੇਡ ਵਰਤਦੀ ਹੈ। ਹਾਂਜੀ।
ਤਉ ਨਿਰਭਉ ਪਦ ਪਾਈਐ। ਫਿਰ ਨਿਰਭਉ ਪਦ ਦੇ ਪ੍ਰਾਪਤੀ ਹੁੰਦੀ, ਭੈ ਰਹਿਤ ਪਦਵੀ ਦੀ ਪ੍ਰਾਪਤੀ ਹੁੰਦੀ ਹੈ। ਅੰਜਨ ਮਾਹੇ ਨਿਰੰਜਨ ਰਹੀਐ, ਜੋਗ ਜੁਗਤ ਇਵ ਪਾਈਐ। ਸੋ ਇਹ ਵਿਧੀ ਹੈ ਉਸ ਵਾਹਿਗੁਰੂ ਨੂੰ ਮਿਲਣ ਦੀ, ਉਸ ਵਾਹਿਗੁਰੂ ਨਾਲ ਜੁੜੇ ਰਹਿਣ ਦੀ। ਨਾਨਕ ਜੀਵਤ ਅਮਰ ਰਹੀ ਹੈ। ਹੁਣ ਕਥਾ ਕਰ ਲੈਣੀ ਸੌਖੀ ਹੈ, ਸੁਣ ਲੈਣੀ ਸੌਖੀ ਹੈ, ਪਰ ਜੀਂਦਿਆਂ ਜੀ ਮਨ ਨੂੰ ਮਾਰਨ ਦੀ ਖੇਡ ਹੈ, ਮਨ ਮਰਦਾ ਨਹੀਂ ਜੀ। ਸੋ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਗੁਰੂ ਮਿਹਰ ਕਰੇ ਸਾਡਾ ਮਨ ਮਰੇ, ਮਨ ਮਰੇਗਾ ਬਾਤ ਬਣੇਗੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।